ਵਿਘਨ ਕੇ ਨਾਸ਼ਕ, ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸਿਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਧਰ ਪੁੰਨ ਪੁੰਨ ਸੀਸ ਜੀ, ਪੁੰਨ ਪੁੰਨ ਸੀਸ। ਬੰਦੋਂ ਬਾਰ ਬਾਰ ਜਗਦੀਸ਼, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਭਈ ਪ੍ਰਭਾਤ ਮੁਝ ਸੁਧ ਮਨ ਭਈ, ਕਰੀ ਬੰਦਗੀ ਮੈਂ ਸੁਖਮਈ। ਪੁਰ ਪਟਨੇ ਪੂਰਬ ਦਿਸ ਬਿਸੈ, ਮੈਂ ਅਬ ਜਾਓ ਦਰਸੈ ਤਿਸੈ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਹੋਏ ਗੁਰੂ ਸਵਾਰੇ, ਗੁਰੂ ਪਿਆਰੇ ਸਤ ਸੰਗੀ ਜਨੋ, ਆਓ ਮਹਾਰਾਜ ਜੀ ਕੀ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਇਹਨਾਂ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਵਿਚਾਰ ਜੋ ਸਤਿਗੁਰੂ ਜੀ ਕੇ ਨਾ ਪਵਿੱਤਰ ਸਥਾਨਾਂ ਤੇ ਆਪ ਨਿਤਾ ਪ੍ਰਤ ਭਾਵਨਾ ਅਦਬ ਪਿਆਰ ਸਹਿਤ ਸਰਵਨ ਕਰਦੇ ਹੋ। ਚਲਦੀ ਆ ਰਹੀ ਲੜੀ ਤੈ ਥੋੜ੍ਹਾ ਜਿਹਾ ਸਮਾਂ ਮਹਾਰਾਜ ਜੀ ਕੇ ਜੀਵਨ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਗੁਰਦੇਵ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਆਗਿਆ ਲਈਏ। ਰਸਨਾ ਪਵਿੱਤਰ ਕਰਨੀ ਜੀ। ਗੁਰੂ ਫਤਿਹ ਨਾਲ ਸਾਂਝ ਪਾਇਓ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ ਸੀ, ਪਟਨਾ ਸਾਹਿਬ ਦੀ ਧਰਤੀ ਤੇ 10ਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਕਿ ਅਵਤਾਰ ਧਾਰਨ ਕਰਦੇ ਨੇ, ਤੇ ਇੱਧਰ ਠਸਕੇ ਨਗਰ ਪੰਜਾਬ ਦੀ ਧਰਤੀ ਤੇ ਬੈਠਾ ਹੋਇਆ ਇੱਕ ਪੀਰ ਫਕੀਰ ਜਿਹੜਾ ਹੈ, ਜਿਸ ਦਾ ਨਾਮ ਸਾਡੇ ਇਤਿਹਾਸ ਵਿੱਚ ਭੀਖਣ ਸ਼ਾਹ ਲਿਖਿਆ ਹੈ, ਜਿਸ ਵਕਤ ਅੰਮ੍ਰਿਤ ਵੇਲੇ ਦੀ ਇਬਾਦਤ ਵਿੱਚ ਜੁੜਿਆ ਤੇ ਉਸ ਨੂੰ ਕੁਝ ਵੱਖਰਾ ਅਨੁਭਵ ਹੋਇਆ। ਕਹਿਣ ਲੱਗਾ ਕਿ ਜਿਸ ਅੱਲਾਹ ਤਾਲਾ ਨੂੰ ਮੈਂ ਰੋਜ਼ ਸਿਮਰਦਾ ਹਾਂ, ਅੱਜ ਉਹ ਅਵਤਾਰ ਲੈ ਕਰਕੇ ਇਸ ਧਰਤੀ ਤੇ ਪ੍ਰਗਟ ਹੋ ਗਿਆ ਹੈ। ਇਹਨੇ ਕੀਤਾ ਕਿ ਪੱਛਮ ਵੱਲ ਤੋਂ ਆਪਣਾ ਮੁੱਖ ਫੇਰ ਕੇ ਪੂਰਬ ਵੱਲ ਨੂੰ ਮੁੱਖ ਕਰਕੇ ਸਿਜਦੇ ਕਰਨੇ ਸ਼ੁਰੂ ਕਰ ਦਿੱਤੇ। ਜਿੱਥੇ ਬੈਠਾ ਹੈ ਉੱਥੇ ਵਾਰ-ਵਾਰ ਨਮਸਕਾਰ ਕਰ ਰਿਹਾ ਹੈ। ਇਹਦੇ ਮੁਰੀਦਾਂ ਨੇ ਸ਼ੰਕਿਤ ਹੋ ਕਰਕੇ ਇਹਨੂੰ ਪੁੱਛਿਆ ਕਿ ਫਕੀਰ ਸਾਈਂ ਇਹ ਕੀ, ਜਦੋਂ ਕਿ ਇਸਲਾਮੀ ਸ਼ਰ੍ਹਾ ਤੇ ਕਹਿੰਦੀ ਹੈ ਪੱਛਮ ਵੱਲ ਮੁੱਖ ਕਰਕੇ ਨਮਾਜ਼ ਅਦਾ ਕਰਨੀ ਹੈ। ਫਿਰ ਇਸਨੇ ਉਹ ਸਾਰਾ ਕਾਰਜ ਦੱਸਿਆ, ਸਾਰਾ ਕਾਰਨ ਜਿਹੜਾ ਸੀ ਉਹ ਇਹਨੇ ਆਪਣੇ ਮੁਖ ਤੋਂ ਦੱਸਿਆ ਵੀ ਅੱਜ ਜਿਸ ਪਾਕ ਅੱਲਾ ਨੂੰ ਮੈਂ ਸਿਮਰਦਾ ਹਾਂ, ਉਸੇ ਦਾ ਹੀ ਰੂਪ, ਉਸੇ ਦਾ ਅਵਤਾਰ ਇਸ ਧਰਤੀ ਤੇ ਸਰੀਰ ਰੂਪ ਵਿੱਚ ਇੱਧਰ ਪ੍ਰਗਟ ਹੋ ਚੁੱਕਾ ਹੈ। ਅੰਮ੍ਰਿਤ ਵੇਲੇ ਦੇ ਅਨੁਭਵ ਦੇ ਵਿੱਚ ਜੋ ਕੁਝ ਮੈਨੂੰ ਨਜ਼ਰ ਆਇਆ ਹੈ, ਮੈਂ ਉਸ ਨੂੰ ਸਿਜਦਾ ਕਰ ਰਿਹਾ ਸੀ। ਸੋ ਅੱਗੇ ਜਿਵੇਂ
ਆਪਣਿਆਂ ਮੁਰੀਦਾਂ ਨੂੰ ਪੀਰ ਭੀਖਮ ਸ਼ਾਹ ਦੱਸ ਰਿਹਾ ਹੈ। ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ, ਭਈ ਪ੍ਰਾਤ ਮੁਝ ਸੁਧ ਮਨ ਭਈ, ਕਿ ਜਦੋਂ ਸਵੇਰ ਹੋਈ, ਜਿਸ ਵਕਤ ਮੈਂ ਆਪਣੀ ਇਬਾਦਤ ਵਿੱਚ ਜੁੜਿਆ ਤੇ ਉਸ ਵਕਤ ਮੇਰੇ ਅੰਤਰਾਤਮੇ ਤੋਂ ਹੀ ਮੈਨੂੰ ਕੁਝ ਵੱਖਰਾ ਅਨੁਭਵ ਹੋਇਆ ਤੇ ਉਹ ਝਲਕ ਦਿਸੀ, ਜਿਸ ਨੂੰ ਪਾਉਣ ਦੇ ਲਈ ਮੈਂ ਇੱਥੇ ਬਾ ਉਮਰ ਇੱਦਾਂ ਇਬਾਦਤ ਕਰਦਾ ਰਿਹਾ। ਸੋ ਉਸ ਵਕਤ ਮੈਨੂੰ ਪਤਾ ਲੱਗਿਆ ਹੈ, ਪੁਰ ਪਟਨਾ ਪੂਰਬ ਦਿਸ਼ ਵਿਖੇ ਮੈਂ ਅਬ ਜਾਊਂ ਦਰਸੋ ਦਿਸੈ। ਜਿਹੜਾ ਸ਼ਹਿਰ ਪਟਨਾ ਸ਼ਹਿਰ ਪੂਰਬ ਦਿਸ਼ਾ ਵੱਲ ਵਸਿਆ ਹੋਇਆ ਹੈ, ਹੁਣ ਮੈਂ ਯਤਨ ਕਰਾਂਗਾ ਕਿ ਇੱਥੋਂ ਚੱਲ ਕੇ ਉਸ ਨਗਰ ਉਸ ਸ਼ਹਿਰ ਵਿੱਚ ਜਾਵਾਂਗਾ ਤੇ ਜਿਹੜੀ ਪਾਕ ਪਰਵਤਿਗਾਰ ਦੀ ਪਵਿੱਤਰ ਆਤਮਾ ਮਹਾਂਪੁਰਸ਼ ਜਿਹੜੇ ਵੀ ਉਸ ਧਰਤੀ ਤੇ ਸਰੀਰ ਰੂਪ ਵਿੱਚ ਪ੍ਰਗਟ ਹੋਏ ਹਨ, ਉਹਨਾਂ ਦਾ ਦੀਦਾਰ ਪਾਉਣਾ ਹੈ ਜੀ। ਬਿਨੈ ਠਾਨ ਬਖਸਾਵਨ ਕਰੋ, ਮੈਂ ਜਾ ਕੇ ਪ੍ਰਥਮ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ, ਭਾਵਾਂ ਕਿ ਜੇ ਬਾਲ ਗੋਬਿੰਦ ਰਾਏ ਜੀ ਕੁਝ ਸਮਾਂ ਹੀ ਹੋਇਆ, ਭਾਵ ਕਹਿ ਲਈਏ ਕੋਈ ਬਹੁਤੇ ਦਿਨ ਵੀ ਨਹੀਂ ਅਸੀਂ ਕਹਿ ਸਕਦੇ, ਲੇਕਿਨ ਫਿਰ ਵੀ ਇਹਦੀ ਭਾਵਨਾ ਹੈ ਵੀ ਮੈਂ ਹੁਣੇ ਹੀ ਜਾ ਕਰਕੇ ਉਸ ਪਵਿੱਤਰ ਆਤਮਾ ਦੇ ਚਰਨਾਂ ਅੰਦਰ ਆਪਣਾ ਨਮਸਕਾਰ ਕਰਦਾ ਹਾਂ। ਆਪਨ ਇਸ਼ਟ ਥਿਰਤਾ ਅਨੁਸਾਰ ਹੋ, ਆਪਨ ਇਸ਼ਟ ਜਿਵੇਂ ਜਿਵੇਂ ਆਪਣੇ ਇਸ਼ਟ ਨੂੰ, ਜਿਸ ਇਸ਼ਟ ਨੂੰ ਇਹ ਮੰਨਦਾ ਹੈ, ਉਹਦੇ ਕਹੇ ਦੇ ਅਨੁਸਾਰ ਕਿ ਜੋ ਵੀ ਕੋਈ ਅਨੁਭਵ ਦੇ ਵਿੱਚ ਜਦੋਂ ਕੁਝ ਐਸਾ ਆਉਂਦਾ ਹੈ ਫਕੀਰਾਂ ਦੇ, ਪੀਰਾਂ ਦੇ ਜਾਂ ਬੰਦਗੀ ਵਾਲਿਆਂ ਦੇ, ਫਿਰ ਉੱਥੇ ਝੁਕ ਜਾਂਦੇ ਹਨ। ਸੋ ਇਸ ਵਿਦ ਇਸ ਨੂੰ ਵੀ ਇਹ ਨਜ਼ਾਰਾ ਦਿਸਿਆ ਹੈ। ਸੋ ਇਸ ਤੋਂ ਪ੍ਰਭਾਵਿਤ ਹੋ ਕਰਕੇ ਹੁਣ ਇਹ ਦਰਸ਼ਨਾਂ ਦੇ ਲਈ ਉਤਾਵਲਾ ਹੈ ਜੀ। ਦਰਸ਼ਨ ਕਰੇ ਪਾਕ ਅਤ ਹੋਵੋ, ਤੇ ਉਸ ਪਵਿੱਤਰ ਆਤਮਾ ਦੇ ਭਾਵ ਬਾਲਕ ਗੋਬਿੰਦ ਰਾਏ ਜੀਆਂ ਦੇ ਬਚਪਨੇ ਦੇ ਅੰਦਰ, ਬਾਲ ਉਮਰ ਦੇ ਅੰਦਰ ਦਰਸ਼ਨ ਕਰਕੇ ਪਾਕ ਅਤ ਹੋਊ, ਮੈਂ ਵੀ ਪਵਿੱਤਰ ਹੋ ਜਾਵਾਂਗਾ। ਗੁਣੈ ਅਨੇਕ ਮਨ ਤਨ ਤੇ ਖੋਵੋ, ਮੈਂ ਆਪਣੇ ਮਨ ਦੇ ਅੰਦਰੋਂ, ਆਪਣੇ ਤਨ ਦੇ ਅਨੇਕ ਜਿਹੜੇ ਗੁਨਾਹ ਹਨ, ਜਿਵੇਂ ਅਸੀਂ ਜੀਵਨ ਵਿੱਚ ਵਿਚਰਦੇ ਆ ਨਾ ਗੁਨਾਹੋਂ, ਤੇ ਅਨੇਕਾਂ ਗੁਸਤਾਖੀਆਂ ਸਾਥੋਂ ਹੁੰਦੀਆਂ ਨੇ, ਹੁਕਮ ਅਦੂਲੀ ਅਸੀਂ ਕਰ ਬੈਠੇ ਹਾਂ। ਸੋ ਜਿਤਨੇ ਵੀ ਮੇਰੇ ਗੁਨਾਹ ਹਨ, ਮੈਂ ਉਸ ਪਾਕ ਪਰਵਤਿਗਾਰ ਦੀ ਅਵਤਾਰ ਪਵਿੱਤਰ ਆਤਮਾ ਨੂੰ ਸਿਜਦਾ ਕਰਕੇ ਉਹ ਗੁਨਾਹ ਜਿਹੜੇ ਹਨ ਉਸ ਨੂੰ ਬਖਸ਼ਾਵਾਂਗਾ ਜੀ। ਬ੍ਰਿੰਦ ਮੁਰੀਦਨ ਸੋ ਇਮ ਕਰੋ, ਬ੍ਰਿੰਦ ਮੁਰੀਦਨ, ਹੁਣ ਇਤਨੇ ਜਿਤਨੇ ਵੀ ਮੁਰੀਦ ਨੇ ਨਾ, ਇਹਨੇ ਫਿਰ ਉਹਨਾਂ ਸਾਰਿਆਂ ਨੂੰ ਇਹ ਹੁਕਮ ਦਿੱਤਾ ਹੈ, ਉਹਨਾਂ ਨੂੰ ਇਹ ਸਭ ਕਹਿ ਰਿਹਾ ਸੀ, ਭਇਓ ਤਿਆਰ ਮਾਰਗ ਬੜ ਲਹਿਓ। ਇਸ ਨੇ ਆਪਣੇ ਮੁਰੀਦਾਂ ਨੂੰ ਕਹਿ ਦਿੱਤਾ ਵੀ ਮੈਂ ਹੁਣ ਜਾ ਕੇ ਜਲਦੀ ਹੀ ਉਸ ਪਾਕ ਪਵਿੱਤਰ ਆਤਮਾ ਦੇ ਦਰਸ਼ਨ ਕਰਨੇ ਹਨ ਜੋ ਸਰੀਰ ਰੂਪ ਵਿੱਚ ਪ੍ਰਗਟ ਹੋਈ ਹੈ। ਫਿਰ ਜਲਦੀ ਹੀ ਇਸ ਨੇ ਸਭ ਤਿਆਰੀ ਕਰਵਾਈ ਹੈ। ਦੋਏ ਮੁਰੀਦ ਮੁਰਾਦ ਧਰਨ ਤੇ, ਬਾਕੀ ਦੇ ਜਿਤਨੇ ਵੀ ਇਹਦੇ ਮੁਰੀਦ ਹਨ, ਚੇਲੇ ਹਨ, ਉਹ ਇਸ ਨੇ ਆਪਣੇ ਇਸੇ ਡੇਰੇ ਵਿੱਚ ਠਸਕੇ ਨਗਰ ਦੇ ਅੰਦਰ, ਕਿਉਂਕਿ ਇਹ ਜਿਹੜਾ ਸਥਾਨ ਹੈ ਥਨੇਸ਼ਰ ਜ਼ਿਲ੍ਹੇ ਦੇ ਅੰਦਰ, ਅੱਜ ਕੁਰੂਕਸ਼ੇਤਰ ਦੇ ਵਿੱਚ ਮੰਨਿਆ ਜਾਂਦਾ, ਉੱਥੇ ਹੈ। ਸੋ ਬਾਕੀ ਦੇ ਸਭ ਤਾਂ ਇਹਨੇ ਆਪਣੇ ਨਿਜ ਡੇਰੇ ਤੇ ਰਹਿਣ ਦਿੱਤੇ। ਦੋ ਜਿਹੜੇ ਇਸ ਨੇ ਆਪਣੇ ਨਾਲ ਮੁਰੀਦ ਲੈ ਲਏ ਸਨ, ਦੋ ਇਹਦੀ ਹਜ਼ੂਰੀ ਦੇ ਵਿੱਚ ਇਹਦੇ ਨਾਲ ਗਏ, ਬਾਕੀ ਸਭ ਇਹਦੇ ਅਸਥਾਨ ਤੇ ਹੀ ਸਨ ਜੀ। ਲੀਏ ਸੰਗ ਪ੍ਰੈ ਸੇਵ ਕਰਨ ਤੇ, ਉਹਨਾਂ ਨੂੰ ਇਹਨੇ ਨਾਲ ਲੈ ਲਿਆ, ਜਿਨ੍ਹਾਂ ਨੂੰ ਨਾਲ ਲੈ ਕਰਕੇ ਇਹ ਉਸ ਸਥਾਨ ਤੇ, ਉਸ ਪਟਨੇ ਦੀ ਧਰਤੀ ਤੇ ਸਤਿਗੁਰੂ ਜੀ ਕੇ ਦੀਦਾਰ ਪਾਉਣ ਦੇ ਲਈ, ਸੇਵਾ ਕਰਨ ਦੇ ਲਈ ਤੁਰਦਾ ਹੈ। ਅਪਰ ਸਪਨ ਅਸਵਾਵਨ ਕਰਕੇ, ਅਪਰ ਸਪਨ ਭਾਵ ਜੋ ਵੀ ਯਥਾ ਸ਼ਕਤ ਇਸ ਨੇ ਤਿਆਰੀ ਕਰਨੀ ਸੀ ਉਹ ਤਿਆਰੀ ਕੀਤੀ। ਫਿਰ ਜਿਹੜੇ ਬਾਕੀ ਦੇ ਮੁਰੀਦ ਇੱਥੇ ਪਿੱਛੇ ਰਹਿਣ, ਉਹਨਾਂ ਨੂੰ ਇਸ ਨੇ ਹੌਸਲਾ ਦੇ ਦਿੱਤਾ ਵੀ ਜਲਦੀ ਹੀ ਦੀਦਾਰ ਪ੍ਰਾਪਤ ਕਰਨ ਤੋਂ ਬਾਅਦ ਮੈਂ ਵਾਪਿਸ ਆ ਜਾਵਾਂਗਾ। ਕੇਤਿਕ ਦਿਵਸ ਹਟ ਆਏ ਉਚਰ ਕੈ, ਉਹਨਾਂ ਨੂੰ ਕਹਿ ਦਿੱਤਾ ਵੀ ਥੋੜੇ ਕੁ ਦਿਨ ਲੱਗਣਗੇ ਜਾਂਦਿਆਂ ਤੇ ਵਾਪਸ ਆਉਂਦਿਆਂ, ਬਸ ਉੱਥੇ ਦਰਸ਼ਨ ਹੀ ਪਾਉਣਾ ਹੈ। ਜਦੋਂ ਦਰਸ਼ਨ ਕਰ ਲਿਆ ਫਿਰ ਉਸੇ ਤਰ੍ਹਾਂ ਜਲਦੀ ਹੀ ਮੈਂ ਵਾਪਸ ਆਪਣੇ ਸਥਾਨ ਤੇ ਪਹੁੰਚ ਜਾਵਾਂਗਾ ਜੀ। ਆਸਾ ਹਾਥ ਗਹੇ ਚੱਲ ਪਰਿਓ, ਫਿਰ ਇਸ ਨੇ ਆਪਣੇ ਹੱਥ ਵਿੱਚ ਆਪਣਾ ਜਿਹੜਾ ਡੰਡਾ ਹੈ, ਜਿਵੇਂ ਫਕੀਰਾਂ ਦਾ ਇੱਕ ਸੁਭਾਅ ਹੁੰਦਾ ਹੈ ਨਾ, ਉਹ ਸ਼ਸਤਰ ਰੂਪ ਦੇ ਵਿੱਚ ਆਪਣੇ ਹੱਥ ਵਿੱਚ ਇੱਕ ਡੰਡਾ ਰੱਖਦੇ ਨੇ। ਆਸਾ ਸ਼ਬਦ ਡੰਡੇ ਲਈ ਵਰਤਿਆ ਜਾਂਦਾ ਹੈ, ਜਾਂ ਸੋਟਾ ਕਹਿ ਲਈਏ, ਹੱਥ ਦੀ ਛੜੀ। ਸੋ ਉਹ ਇਹਨੇ ਆਪਣੇ ਹੱਥ ਵਿੱਚ ਫੜਿਆ ਤੇ ਫਟਾਫਟ ਫਿਰ ਉਸ ਮਾਰਗ ਵੱਲ ਨੂੰ, ਭਾਵ ਪਟਨੇ ਵੱਲ ਨੂੰ, ਠਸਕੇ ਤੋਂ ਪਟਨੇ ਦੇ ਸਫ਼ਰ ਪ੍ਰਾਰੰਭ ਕਰ ਦਿੱਤਾ ਹੈ। ਸਿਫਤ ਖੁਦਾਏ ਰੰਗ ਉਰ ਪਰਿਓ, ਤੇ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਇਹਦਾ ਜਿਹੜਾ ਹਿਰਦਾ ਹੈ ਨਾ, ਅੰਦਰੂਨੀ ਪੱਧਰ ਤੇ ਖੁਦਾ ਦੀ ਸਿਫਤ ਵਿੱਚ ਉਹ ਰੰਗਿਆ ਪਿਆ ਹੈ।
ਜੋ ਇਸ ਨੂੰ ਬਖਸ਼ਿਸ਼ ਹੋਈ ਹੈ ਉਸ ਕਰਕੇ ਇਹ ਉਤਾਵਲਾ ਹੈ ਵੀ ਹੁਣ ਜਲਦੀ ਹੀ ਉਸ ਪਵਿੱਤਰ ਆਤਮਾ ਦੇ ਜੋ ਸਤਿਗੁਰੂ ਸਰੀਰ ਰੂਪ ਵਿੱਚ ਪ੍ਰਗਟ ਹੋਏ ਹਨ ਬਾਲ ਗੋਬਿੰਦ ਰਾਏ ਜੀ ਦਾ ਦੀਦਾਰ ਹੋ ਜਾਏ। ਲਈ ਕੁਰਾਨ ਮੁਸੱਲਾ ਤਾਰੇ, ਤੇ ਇਹਨੇ ਆਪਣੇ ਧਰਮ ਦੀ ਜਿਹੜੀ ਪਵਿੱਤਰ ਪਾਕ ਪਵਿੱਤਰ ਜਿਹੜੀ ਗ੍ਰੰਥ ਕਹਿ ਲਈਏ ਪੁਸਤਕ ਕੁਰਾਨ ਮਜੀਦ ਜੋ ਹੈ ਇਸਲਾਮ ਦਾ ਪਵਿੱਤਰ ਗ੍ਰੰਥ ਹੈ, ਸੋ ਉਹ ਵੀ ਇਸ ਨੇ ਨਾਲ ਲਿਆ। ਮੁਸੱਲਾ ਜਿਹਦੇ ਤੇ ਬਹਿ ਕਰਕੇ ਬੰਦਗੀ ਕਰਦੇ ਹਨ, ਨਮਾਜ਼ ਅਦਾ ਕਰਦੇ ਨੇ, ਉਹ ਸਭ ਨਾਲ ਲੈ ਕਰਕੇ ਚੱਲ ਪਿਆ ਹੈ ਜੀ। ਦੇਵੋ ਮੁਰੀਦ ਸੋ ਚਲੇ ਪਿਛਾਰੇ, ਤੇ ਇਸ ਦੇ ਦੋ ਮੁਰੀਦ ਹਨ, ਦੋ ਸ਼ਾਗਿਰਦ ਚੇਲੇ ਇਸ ਨੇ ਆਪਣੇ ਨਾਲ ਲਏ ਹਨ ਤੇ ਇਹ ਪਟਨੇ ਸਾਹਿਬ ਵੱਲ ਨੂੰ ਚਾਲੇ ਪਾਉਂਦਾ ਹੈ। ਸਨੇ ਸਨੇ ਗਮਨੇ ਮਗ ਜਾਹੇ, ਸਹਿਜੇ 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 ਆਪਣਾ ਸਫ਼ਰ ਤੈਅ ਕਰਦਾ ਹੋਇਆ ਆਪਣੀ ਮੰਜ਼ਿਲ ਵੱਲ ਨੂੰ ਜਲਦੀ ਨਾਲ ਵੱਧ ਰਿਹਾ ਹੈ। ਨਿਸ ਬਿਸਰਾਮੈ ਦਿਵਸ ਚਲਾਹੇ, ਭਾਵ ਰਾਤ ਨੂੰ ਵੀ ਇਹ ਬਹੁਤਾ ਸਮਾਂ ਵਿਸ਼ਰਾਮ ਨਹੀਂ ਕਰਦਾ, ਥੋੜਾ ਜਿਹਾ ਵਿਸ਼ਰਾਮ ਕਰਦਾ ਫਿਰ ਆਪਣੇ ਸਫ਼ਰ ਵੱਲ ਤੁਰ ਪੈਂਦਾ ਹੈ। ਨਿਸ ਵਿਸ਼ਰਾਮੈ ਥੋੜਾ ਜਿਹਾ ਸਮਾਂ ਵਿਸ਼ਰਾਮ ਕੀਤਾ ਰਾਤ ਨੂੰ, ਫਿਰ ਜੋ ਸਮਾਂ ਸ਼ੇਸ਼ ਹੈ ਉਹਦੇ ਵਿੱਚ ਆਪਣੀ ਮੰਜ਼ਿਲ ਵੱਲ ਨੂੰ ਆਪਣਾ ਸਫ਼ਰ ਤੈਅ ਕਰਨਾ ਸ਼ੁਰੂ ਕਰ ਦਿੰਦਾ ਹੈ ਜੀ। ਗ੍ਰਾਮ ਨਗਰ ਉਪਬਨ ਬਨ ਹੈਰ, ਰਾਸਤੇ ਦੇ ਵਿੱਚ ਅਨੇਕਾਂ ਹੀ ਨਗਰ ਜਿਹੜੇ ਹਨ, ਅਨੇਕਾਂ ਹੀ ਜੰਗਲੀ ਰਾਸਤੇ ਜਿਹੜੇ ਹਨ, ਉਹਨਾਂ ਸਾਰਿਆਂ ਦੇ ਵਿੱਚੋਂ ਦੀ ਲੰਘਦਾ ਹੋਇਆ ਤਰਸਲਤਾ ਜਲ ਚਲਤਾ ਹੇਰ, ਤੇ ਕੁਝ ਐਸੀਆਂ ਨਦੀਆਂ ਦਰਿਆਵਾਂ ਨੂੰ ਜਿਨ੍ਹਾਂ ਨੂੰ ਇਹ ਪਾਰ ਕਰਦਾ ਹੋਇਆ ਪਟਨੇ ਵੱਲ ਨੂੰ ਜਾ ਰਿਹਾ ਹੈ। ਦਿੱਲੀ ਆਦ ਉਲੰਕਰ ਸਾਰੇ, ਕਿਉਂਕਿ ਪੱਛਮੀ ਪੰਜਾਬ ਤੋਂ ਪੂਰਬ ਦੇਸ਼ ਵੱਲ ਨੂੰ ਜਾਈਏ ਤੇ ਇਹ ਜਿਹੜੇ ਮੁੱਖ ਰਸਤੇ ਉਹਨਾਂ ਸਮਿਆਂ ਦੇ ਵੇਲੇ ਇਹ ਮਾਰਗ ਪ੍ਰਮੁੱਖ ਸਨ, ਕਿਉਂਕਿ ਸਤਿਗੁਰੂ ਜੀ ਵੀ ਇਸੇ ਮਾਰਗ ਤੋਂ ਹੀ ਗਏ ਸਨ ਪਹਿਲੇ। ਸੋ ਇਸੇ ਹੀ ਮਾਰਗ ਤੋਂ ਦਿੱਲੀ ਆਦਿਕ ਹੋਰ ਕਈ ਦੇਸ਼ ਕਈ ਰਾਜ ਲੰਘ ਕਰਕੇ ਤੇ ਫਿਰ ਉਸ ਪਾਸੇ ਵੱਲ ਨੂੰ ਇਹ ਜਾ ਰਿਹਾ ਹੈ। ਭਲੀ ਪਾਂਤ ਕੇ ਦੇਸ ਨਿਹਾਰੇ, ਤੇ ਜਿਸ ਦੇਸ਼ ਦੇ ਅੰਦਰੋਂ ਜਿਸ ਨਗਰ ਦੇ ਸ਼ਹਿਰ ਦੇ ਅੰਦਰੋਂ ਲੰਘਦਾ ਹੈ ਬੜੇ ਹੀ ਟਿਕਾਊ ਨਾਲ ਸਭ ਕੁਝ ਸਭ ਨਜ਼ਾਰਾ ਵੇਖਦਾ ਹੋਇਆ ਭਲੀ ਭਾਂਤ ਆਪਣਾ ਜਿਹੜਾ ਸਫ਼ਰ ਹੈ ਉਹ ਤੈਅ ਕਰ ਰਿਹਾ ਹੈ ਜੀ। ਪੁਰ ਪਟਨੇ ਕੇ ਪਹੁੰਚੇ ਪਾਸ, ਫਿਰ ਸਹਿਜੇ ਸਹਿਜੇ ਇਹ ਆਪਣੀ ਮੰਜ਼ਿਲ ਤੇ ਪਹੁੰਚ ਹੀ ਗਿਆ। ਪੀਰ ਭੀਖਣ ਸ਼ਾਹ ਦੋ ਮੁਰੀਦ ਨਾਲ ਲੈ ਕਰਕੇ ਅਖੀਰ ਇੱਕ ਦਿਨ ਪਟਨਾ ਸਾਹਿਬ ਜੀ ਦੇ ਨਜ਼ਦੀਕ ਜਿਸ ਸਥਾਨ ਤੇ ਬਾਲਕ ਗੋਬਿੰਦ ਰਾਏ ਜੀ ਹੋਰਾਂ ਨੇ ਅਵਤਾਰ ਧਾਰਨ ਕੀਤਾ ਹੈ ਪ੍ਰਗਟ ਹੋਏ ਹਨ, ਉਸ ਨਗਰ ਦੇ ਬਿਲਕੁਲ ਐਨ ਪਾਸ ਪੁੱਜਾ ਹੈ। ਜਿਤ ਕਿਤ ਸੋਭਾ ਰਹੀ ਪ੍ਰਕਾਸ਼, ਪਰੰਤੂ ਹੁਣ ਉਹ ਐਸੀ ਪਵਿੱਤਰ ਜਗ੍ਹਾ ਹੈ, ਐਸਾ ਪਵਿੱਤਰ ਸ਼ਹਿਰ ਹੈ ਜਿੱਥੇ ਸਤਿਗੁਰੂ ਜੀ ਕੀ ਬਹੁਤ ਵਡਿਆਈ ਹੋ ਰਹੀ ਹੈ। ਆਪਾਂ ਪਿੱਛੇ ਪ੍ਰਸੰਗ ਵਿੱਚ ਪੜ੍ਹਦੇ ਆ ਰਹੇ ਹਾਂ ਤਕਰੀਬਨ 3-4 ਦਿਨਾਂ ਤੋਂ ਕਿ ਬਾਲ ਗੋਬਿੰਦ ਰਾਏ ਜੀ ਪ੍ਰਗਟੇ ਹਨ ਤੇ ਪੂਰੇ ਪਟਨੇ ਸ਼ਹਿਰ ਦੇ ਵਿੱਚ ਉਤਸਵ ਹੋ ਰਿਹਾ ਹੈ। ਬਹੁਤ ਭਾਰੀ ਇਕੱਠ ਹੋ ਰਹੇ ਹਨ, ਸੰਗਤਾਂ ਦੇ ਬੇਅੰਤ ਸੰਗਤਾਂ ਦੂਰ ਨੇੜੇ ਨਗਰਾਂ ਸ਼ਹਿਰਾਂ ਤੋਂ ਇਕੱਤਰ ਹੋ ਕਰਕੇ ਮਹਾਰਾਜ ਜੀ ਕੇ ਘਰ ਅੰਦਰ ਨਿਤਾ ਪ੍ਰਤ ਦਰਸ਼ਨ ਪਾਉਣ ਦੇ ਲਈ ਆਉਂਦੀਆਂ ਹਨ। ਸੋ ਜਿਵੇਂ ਹੀ ਇਹ ਪਟਨਾ ਸਾਹਿਬ ਦੇ ਪਾਸ ਪਹੁੰਚਿਆ ਇਸ ਨੂੰ ਇੱਥੇ ਆ ਕੇ ਪਤਾ ਲੱਗ ਗਿਆ, ਕਿਉਂਕਿ ਇੱਥੇ ਹਰ ਕਿਸੇ ਦੇ ਮੁਖ ਤੋਂ ਇਹ ਸੁਣਨ ਲੱਗਾ ਵੀ ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗ੍ਰਹਿ ਵਿਖੇ ਇੱਕ ਲਾਲ ਨੇ ਅਵਤਾਰ ਧਾਰਨ ਕੀਤਾ ਹੈ, ਬਹੁਤ ਬਖਸ਼ਿਸ਼ ਦੇ ਮਾਲਕ ਹਨ। ਸੋ ਇਹ ਜਿਹੜੀ ਸੋਏ ਖਬਰ ਹੈ ਇੱਥੇ ਆ ਕਰਕੇ ਇਸ ਨੂੰ ਸੰਪੂਰਨ ਰੂਪ ਦੇ ਵਿੱਚ ਪ੍ਰਾਪਤ ਹੁੰਦੀ ਹੈ। ਬਾਗਣ ਮੈਂ ਬਿਥਰੀ ਹਰਿਆਈ, ਤੇ ਨਾਲ ਹੀ ਭਾਈ ਸਾਹਿਬ ਜੀਆਂ ਨੇ ਜ਼ਿਕਰ ਕੀਤਾ ਕਿ ਉੱਥੇ ਬਹੁਤ ਨਵੇਕਲੀ ਬਖਸ਼ਿਸ਼ ਵੀ ਹੈ। ਪਿੱਛੇ ਵੀ ਜ਼ਿਕਰ ਆਇਆ ਸੀ, ਇੱਥੇ ਫਿਰ ਦੁਬਾਰਾ ਉਹਨਾਂ ਨੇ ਜ਼ਿਕਰ ਕੀਤਾ ਭਾਈ ਸੰਤੋਖ ਸਿੰਘ ਸਾਹਿਬ ਜੀ ਹੋਰਾਂ ਨੇ, ਕਿਉਂਕਿ ਜਿਸ ਸਥਾਨ ਤੇ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਪ੍ਰਗਟ ਹੋਏ ਹਨ ਉਹ ਉੱਥੋਂ ਦਾ ਨਜ਼ਾਰਾ ਹੀ ਕੁਝ ਵੱਖਰਾ ਹੈ। ਉਹ ਧਰਤੀ ਦੇ ਉੱਪਰ ਹੀ ਕੁਝ ਵੱਖਰਾ ਵਰਤ ਰਿਹਾ ਹੈ। ਉੱਥੇ ਜਿਹੜੇ ਦ੍ਰਿਸ਼ ਹਨ ਉਹ ਵੇਖਣ ਵਾਲੇ ਹਨ, ਬਾਗ ਹਰੇ ਭਰੇ ਹਨ, ਠੰਡੀ ਹਵਾ ਰਮਕਦੀ ਪਈ ਹੈ। ਇਉਂ ਕਹਿ ਲਈਏ ਵੀ ਜਿਵੇਂ 10ਵੇਂ ਅਵਤਾਰ ਦੇ ਪ੍ਰਗਟ ਹੋਣ ਦੇ ਖੁਸ਼ੀ ਚਾਓ ਦੇ ਅੰਦਰ ਕੁਦਰਤ ਨੇ ਆਪਣੇ ਵੱਲੋਂ ਵਿਸ਼ੇਸ਼ ਤਿਆਰੀ ਕੀਤੀ ਹੋਵੇ। ਸੋ ਇੱਕ ਤੇ ਪਹਿਲੇ ਇਹ ਆਪਣੇ ਅਨੁਭਵ ਦੇ ਨਾਲ ਜਾ ਰਿਹਾ ਸੀ ਵੀ ਇਸ ਦਿਸ਼ਾ ਵੱਲ ਨੂੰ ਇਹ ਬਖਸ਼ਿਸ਼ ਹੋਈ ਹੈ, ਇੱਥੇ ਅਵਤਾਰ ਧਾਰਨ ਹੋਇਆ, ਕੋਈ ਪਾਕ ਪਵਿੱਤਰ ਰੂਹ ਸਰੀਰ ਧਾਰਨ ਕਰਕੇ ਇਸ ਧਰਤੀ ਤੇ ਪਾਕ ਪਰਵਤਿਗਾਰ ਆਪ ਪ੍ਰਗਟੇ ਹਨ। ਹੁਣ ਇੱਥੇ ਜਾ ਕਰਕੇ ਇਸ ਨੂੰ ਖਬਰ ਮਿਲ ਗਈ ਹੈ ਕਿ ਉਹ ਪਟਨੇ ਦੀ ਹੀ ਪਵਿੱਤਰ ਧਰਤੀ ਹੈ ਜਿਸ ਥਾਂ ਤੇ ਬਖਸ਼ਿਸ਼ ਹੋਈ ਹੈ। ਫਿਰ ਇਹਨੇ ਉੱਥੋਂ ਦਾ ਸਾਰਾ ਨਜ਼ਾਰਾ ਆਪਣੇ ਨੇਤਰਾਂ ਦੇ ਨਾਲ ਬੜੇ ਗੌਰ ਨਾਲ ਤੱਕਿਆ, ਕਿਉਂਕਿ ਅਨੁਭਵੀ ਫਕੀਰ ਹੈ ਨਾ ਜੀ, ਸਿਮਰਨ ਕਰਨ ਵਾਲਾ, ਇਬਾਦਤ ਕਰਨ ਵਾਲਾ, ਅੱਲਾਹ ਤਾਲਾ ਨੂੰ ਸਿਮਰਨ ਵਾਲਾ,
ਤੇ ਸਿਮਰਨ ਵਾਲਿਆਂ ਦੇ ਅੰਦਰ ਕੁਦਰਤੀ ਤੌਰ ਤੇ ਬੜੀ ਕਿਰਪਾ ਹੁੰਦੀ ਹੈ। ਉਹ ਤਾਂ ਇੱਕ ਨਜ਼ਾਰੇ ਦੇ ਵਿੱਚ ਵੀ ਬਹੁਤ ਕੁਝ ਵੇਖਿਆ ਕਰਦੇ ਨੇ, ਕੁਦਰਤ ਵਿੱਚੋਂ, ਉੱਥੋਂ ਦੇ ਮਨੁੱਖਾਂ ਵਿੱਚੋਂ, ਉੱਥੋਂ ਦੇ ਜੋ ਕੁਝ ਉਹਨਾਂ ਦੀ ਦ੍ਰਿਸ਼ਟੀ ਕੁਝ ਵੱਖਰੀ ਹੈ। ਸੋ ਇਸ ਵੇਦ ਬਾਗਨ ਮੈਂ ਬਿਥਰੀ ਹਰਿਆਰੀ, ਭਾਈ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਵਕਤ ਇਹਨੇ ਫਿਰ ਉਸ ਸਥਾਨ ਤੇ ਜਾ ਕਰਕੇ ਨੀਝ ਲਾ ਕੇ ਵੇਖਿਆ ਕੀ ਹੈ ਕਿ ਇੱਥੋਂ ਦੇ ਜਿਹੜੇ ਬਾਗ ਹਨ ਵੱਖਰੀ ਹਰਿਆਲੀ ਵਿੱਚ ਭਰੇ ਹੋਏ ਹਨ। ਦੇਖਨੀ ਤਰਵਰ ਸਮੁਦਾਈ, ਦੇਖਣੀ ਭਾਵ ਉਹ ਜਿਹੜੇ ਰੁੱਖ ਸਨ, ਜੋ ਵੀ ਜਿਵੇਂ ਸਮੁਦਾਇ ਤੋਂ ਭਾਵ ਇਕੱਠੇ ਰੁੱਖ, ਬਹੁਤ ਸਾਰੇ ਜਿਹੜੇ ਫਲਾਂ ਦੇ ਰੁੱਖ, ਵੱਡੇ ਵੱਡੇ ਰੁੱਖ ਹੁੰਦੇ ਨੇ, ਬਹੁਤ ਹਰਿਆਲੀ ਦੇ ਅੰਦਰ ਝੂਮ ਰਹੇ ਸਨ। ਸਦਲ ਸਫੂਲ ਸਫਲ ਤਰ ਕੀਰਨ, ਸਦਲ ਸਫੂਲ, ਕੋਈ ਫੁੱਲਾਂ ਨਾਲ ਭਰਿਆ, ਕੋਈ ਫਲ ਨਾਲ ਭਰਿਆ ਹੈ, ਕੋਈ ਹਰਿਆਲੀ ਦੇ ਨਾਲ। ਇਦਾਂ ਕਰਕੇ ਨਾ ਬਹੁਤ ਅਜਬ ਨਜ਼ਾਰਾ ਜੋ ਹੈ ਉਸ ਧਰਤੀ ਦਾ ਇਸ ਨੂੰ ਵੇਖਣ ਨੂੰ ਮਿਲਿਆ ਹੈ। ਪੁਸ਼ਪਤ ਲਤਾ ਸੂਬਤ ਬਿਸਤੀਰਨ, ਤੇ ਫੁੱਲਾਂ ਦੀਆਂ ਜਿਹੜੀਆਂ ਵੇਲਾਂ ਹਨ, ਜਿਵੇਂ ਉਹਨਾਂ ਤੇ ਬਹੁਤ ਸੋਹਣੇ ਫੁੱਲ ਖਿੜ ਰਹੇ ਹਨ, ਤੇ ਰੁੱਖਾਂ ਦੇ ਉੱਪਰ ਉਹਨਾਂ ਨੇ ਗੁੰਝਲਾਂ ਮਾਰ ਕੇ ਉੱਪਰ ਤੱਕ ਉਹ ਆਪਣਾ ਜਿਹੜਾ ਵਿਸਤਾਰ ਕੀਤਾ ਹੋਇਆ, ਤੇ ਉਹਨਾਂ ਰੁੱਖਾਂ ਦੇ ਉੱਪਰ ਹੀ ਉਹ ਝੂਲ ਰਹੀਆਂ ਹਨ। ਅਜਬ ਨਜ਼ਾਰਾ ਹੈ ਜੋ ਇਹ ਫਕੀਰ ਭੀਖਮਸ਼ਾਹ ਉਸ ਧਰਤੀ ਤੇ ਜਾ ਕਰਕੇ, ਹਾਲਾਂਕਿ ਅਜੇ ਉਸ ਥਾਂ ਤੇ ਪਹੁੰਚਿਆ ਨਹੀਂ ਜਿੱਥੇ ਸਤਿਗੁਰੂ ਜੀ ਦਾ ਅਵਤਾਰ ਹੋਇਆ ਹੈ, ਪਰੰਤੂ ਉਸ ਨਗਰ ਦੇ ਚੁਗਿਰਦੇ ਦਾ ਨਜ਼ਾਰਾ ਤੇ ਉਸ ਨਗਰ ਦੀ ਹਰਿਆਲੀ, ਉਸ ਨਗਰ ਦੀ ਬਖਸ਼ਿਸ਼, ਉਹ ਸਭ ਆਪਣੇ ਨੇਤਰਾਂ ਨਾਲ ਵੇਖਣ ਲੱਗਾ ਹੈ। ਨਾਲ ਕੇਰ ਕਦਲੀਨ ਬਗੀਚੇ, ਵੱਡੇ ਵੱਡੇ ਬਗੀਚੇ, ਵੱਡੇ ਵੱਡੇ ਬਾਗ ਕਹਿ ਲਈਏ, ਜਿਨ੍ਹਾਂ ਦੇ ਵਿੱਚ ਨਾਰੀਅਲ ਆਦਿਕ ਦੇ ਬਹੁਤ ਭਾਰੀ ਵੱਡੇ ਰੁੱਖ ਆਦਿਕ ਉਹ ਸਭ ਝੂਲ ਰਹੇ ਸਨ। ਮਨੋ ਕਾਮ ਮਾਲੀ ਬਨ ਸਿੰਚੇ, ਮਨੋ ਜਿਵੇਂ ਪ੍ਰਮਾਤਮਾ ਨੇ ਆਪ ਮਾਲੀ ਬਣ ਕੇ ਇਹਨਾਂ ਸਾਰਿਆਂ ਦੀ ਪਰਵਰਿਸ਼ ਕੀਤੀ ਹੋਵੇ, ਆਪ ਉਸ ਨੇ ਇਸ ਧਰਤੀ ਤੇ ਹਾਜ਼ਰ ਹੋ ਕਰਕੇ ਪਹਿਲਾਂ ਇਸ ਧਰਤੀ ਨੂੰ ਸਜਾਇਆ ਹੋਵੇ, ਐਸੇ ਦ੍ਰਿਸ਼ ਜਿਹੜੇ ਹਨ ਉਸ ਵਕਤ ਵੇਖਣ ਨੂੰ ਮਿਲ ਰਹੇ ਹਨ। ਰਾਏ ਬੇਲ ਚੰਬੇਲੀ ਚਾਰ, ਇਹ ਸਾਰੀਆਂ ਜਿਵੇਂ ਫੁੱਲਾਂ ਦੀਆਂ ਵੇਲਾਂ ਹਨ, ਰਾਏ ਬੇਲੀ, ਰਵੇਲ, ਚਮੇਲੀ, ਕੰਦਕ ਬ੍ਰਿਛ ਆਦਿਕ, ਇਹ ਸਾਰੀਆਂ ਵੇਲਾਂ ਜਿਹੜੀਆਂ ਹਨ ਬਹੁਤ ਸੁੰਦਰ ਚਮਕ ਰਹੀਆਂ ਹਨ, ਫੁੱਲ ਖਿੜੇ ਹੋਏ ਹਨ, ਅਤੀ ਗਜ਼ਬ ਦੇ ਨਜ਼ਾਰੇ ਹਨ ਜੀ। ਚੰਪਕ ਨੀਪ ਸਬਤ ਗੁਲਜ਼ਾਰ, ਬਹੁਤ ਸਾਰਾ ਦੇ ਕਈ ਤਰ੍ਹਾਂ ਦੇ ਫੁੱਲ ਹਨ ਜਿਹੜੇ ਕਿ ਉੱਥੇ ਬਗੀਚਿਆਂ ਦੇ ਅੰਦਰ ਜਾਂ ਆਸ-ਪਾਸ ਜਿੱਥੇ ਜਿੱਥੇ ਵੀ ਇਹ ਵੇਖਦਾ ਹੈ ਇਸ ਨੂੰ ਇਹ ਸਭ ਨਜ਼ਾਰੇ ਦਿਸ ਰਹੇ ਹਨ। ਭਾਂਤ ਭਾਂਤ ਕੇ ਤਰ ਅਵਲੋਕੇ, ਇਹ ਵੇਖਦਾ ਹੈ ਕਿ ਪਟਨੇ ਦੇ ਪਾਸ ਚੁਗਿਰਦੇ ਤੇ ਭਾਂਤ ਭਾਂਤ ਕੇ ਅਨੇਕਾਂ ਹੀ ਤਰ੍ਹਾਂ ਦੇ ਰੁੱਖ ਅਵਲੋਕੇ, ਜਿਹੜੇ ਕਿ ਹਰਿਆਲੀ ਦੇ ਨਾਲ, ਫਲਾਂ ਦੇ ਨਾਲ, ਫੁੱਲਾਂ ਦੇ ਨਾਲ ਇਦਾਂ ਲੱਥ-ਪੱਥ ਹੋਏ ਪਏ ਹਨ, ਤੇ ਜਦੋਂ ਹਵਾ ਰਮਕਦੀ ਹੈ ਝੂਲ ਰਹੇ ਹਨ, ਤੇ ਉਹ ਜਿਹੜਾ ਝੂਲਣਾ ਫਕੀਰ ਨੂੰ ਇਉਂ ਨਜ਼ਰ ਆਉਂਦਾ ਹੈ ਕਿ ਜਿਵੇਂ ਅੱਜ ਇਹ ਵੀ ਕਿਸੇ ਅਜਬ ਮਸਤੀ ਦੇ ਵਿੱਚ ਹਨ। ਅੱਜ ਇਹਨਾਂ ਦੇ ਉੱਪਰ ਵੀ ਕੋਈ ਕੁਦਰਤ ਦਾ ਰੰਗ ਚੜਿਆ ਹੋਇਆ ਹੈ। ਕਿਉਂ ਚੜਿਆ ਹੈ? ਮੈਂ ਬੇਨਤੀ ਕਰਾਂਗਾ, ਜਿਹੜਾ ਕੁਦਰਤ ਦਾ ਮਾਲਕ ਹੈ ਉਹ ਆਪ ਇਸ ਧਰਤੀ ਤੇ ਪ੍ਰਗਟ ਹੋਇਆ ਹੈ। ਇਹ ਕੋਈ ਆਮ ਗੱਲ ਨਹੀਂ ਹੈ ਕਹਿਣ ਨੂੰ ਅਸੀਂ ਜੋ ਮਰਜ਼ੀ ਕਹਿ ਲਈਏ। ਜੇ ਭਾਵਨਾ ਨਹੀਂ ਨਾ ਤੇ ਗੁਰਮੁਖੋ ਕੱਖ ਵੀ ਨਹੀਂ। ਜੇ ਭਾਵਨਾ ਹੈ ਤੇ ਹਰ ਪੱਤੇ, ਹਰ ਨਜ਼ਾਰੇ, ਹਰ ਕਣ ਕਣ ਵਿੱਚੋਂ ਉਸ ਪਰਿਪੂਰਨ ਪਰਮਾਤਮਾ ਦੀ, ਉਹਦੇ ਅਵਤਾਰ ਦੀ, ਪੂਰੇ ਗੁਰੂ ਦੀ ਛੋਹ ਸਾਨੂੰ ਮਿਲ ਜਾਂਦੀ ਹੈ। ਸੋ ਇਸ ਵਿਧ ਇਹ ਪੀਰ ਭੀਖਮਸ਼ਾਹ ਜਿਸ ਵਕਤ ਪਟਨੇ ਦੇ ਨਜ਼ਾਰੇ ਤੱਕ ਰਿਹਾ ਸੀ, ਤੇ ਨਾਲ ਹੀ ਇਹ ਵੇਖ ਵੇਖ ਕਰ ਆਪਣੇ ਹੀ ਆਪ ਦੇ ਅੰਦਰ, ਆਪਣੇ ਅੰਦਰ ਦੀ ਮਸਤੀ ਵਿੱਚ ਮਗਨ ਵੀ ਹੋ ਰਿਹਾ ਹੈ ਕਿ ਉਹ ਪਰਮਾਤਮਾ ਦਾ ਅਵਤਾਰ ਧੰਨ ਗੁਰੂ ਗੋਬਿੰਦ ਰਾਏ ਜੀ ਜੋ ਧਰਤੀ ਤੇ ਪ੍ਰਗਟ ਹੋਏ ਹਨ, ਤੇ ਵੇਖੋ ਕਿਤਨਾ ਸੁੰਦਰ ਕੁਦਰਤ ਨੇ ਇਹ ਸਭ ਤਿਆਰ ਪਹਿਲੇ ਹੀ ਕਰ ਦਿੱਤਾ ਹੈ। ਜਿਨ ਮੈਂ ਵਿਚਰਤ ਹੋਤ ਅਸ਼ੋਕੇ, ਜਿਨ੍ਹਾਂ ਦੇ ਅੰਦਰ ਬਹੁਤ ਸਾਰੇ ਅਸ਼ੋਕੇ ਆਦਿਕ ਦੇ ਪੇੜ ਜਾਂ ਹੋਰ ਕਈ ਤਰ੍ਹਾਂ ਦੇ ਵੱਖ-ਵੱਖ ਪੌਦੇ ਆਦਿਕ ਫਲ ਫੁੱਲਾਂ ਵਾਲੇ ਰੁੱਖ ਲੱਗੇ ਹੋਏ ਹਨ। ਆਨੰਦ ਹੋਤ ਬਰਿਓ ਪੁਰਮਾਹੀ, ਤੇ ਜਿਵੇਂ ਹੀ ਇਹ ਪਟਨਾ ਸਾਹਿਬ ਦੇ ਪਾਸ ਪਹੁੰਚਿਆ ਨਾ, ਗੁਰਮੁਖੋ ਬਹੁਤ ਆਨੰਦ ਵਿੱਚ ਮਗਨ ਹੋਇਆ, ਬਹੁਤ ਪ੍ਰਸੰਨ ਹੋਇਆ। ਸੋ ਇਹ ਇਦਾਂ ਹੀ ਆਨੰਦ ਮਾਣਦਾ ਸਹਿਜੇ ਸਹਿਜੇ ਫਿਰ ਨਗਰ ਦੇ ਅੰਦਰ ਪ੍ਰਵੇਸ਼ ਕਰ ਗਿਆ। ਹਿਰਦੇ ਲਾਲਸਾ ਦਰਸ਼ਨ ਜਾਹੀ, ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹਨ, ਜਿਸ ਦੇ ਹਿਰਦੇ ਦੇ ਵਿੱਚ ਹੁਣ ਜਿਹੜੀ ਲਾਲਸਾ ਹੈ ਨਾ, ਦਰਸ਼ਨ ਕਰਨ ਦੀ ਜਿਹੜੀ ਲਾਲਸਾ ਅਤੀ ਪ੍ਰਬਲ ਹੋ ਗਈ ਹੈ। ਕਿਉਂਕਿ ਜਦ ਜਿਵੇਂ ਜਿਵੇਂ ਸਾਡੇ ਅੰਦਰ ਜਿਸ ਚੀਜ਼ ਦੀ ਭੁੱਖ ਹੋਵੇ ਨਾ, ਤੇ ਜਦੋਂ ਬਿਲਕੁਲ ਪਤਾ ਲੱਗੇ ਵੀ 1-2 ਦਿਨ 'ਚ ਸਾਡੀ ਇਹ ਕਾਮਨਾ ਪੂਰੀ ਹੋਣ ਵਾਲੀ ਹੈ, ਸਾਨੂੰ ਇਹ ਮਿਲਣ, ਮਨੁੱਖ ਹੋਰ ਜ਼ਿਆਦਾ ਲਲਸਾਉਂਦਾ ਹੈ ਕਿ ਹੁਣ ਉਹ ਸਮਾਂ ਨਿਕਲਦਾ ਨਹੀਂ ਜਲਦੀ ਤੋਂ ਜਲਦੀ। ਤੇ ਖਾਸ ਕਰਕੇ ਜਦੋਂ ਕਿਸੇ ਦੇ ਅੰਦਰ ਦਰਸ਼ਨਾਂ ਦੀ ਲਾਲਸਾ ਹੋ ਜਾਏ,
ਫਿਰ ਉਹਦਾ ਤੇ ਕਹਿਣਾ ਹੀ ਕੀ ਹੈ ਗੁਰਮੁਖੋ। ਇਸ ਵਿਧ ਨਾ ਇਸ ਨੂੰ ਪਤਾ ਲੱਗ ਗਿਆ ਵੀ ਉਹ ਖੁਦਾ ਦਾ ਅਵਤਾਰ ਵਲੀ ਅੱਲਾ ਵੱਡਾ ਪੁਰਖ ਇਸੇ ਹੀ ਧਰਤੀ ਤੇ ਸਰੀਰ ਰੂਪ ਵਿੱਚ ਪ੍ਰਗਟ ਹੋਇਆ ਤੇ ਇੱਥੇ ਹੀ ਬੈਠੇ ਹਨ, ਅਵਤਾਰ ਧਾਰਨ ਕੀਤਾ। ਸੋ ਇਹਦੇ ਅੰਦਰ ਦਰਸ਼ਨਾਂ ਦੀ ਜਿਹੜੀ ਲਾਲਸਾ ਹੈ ਨਾ ਹੋਰ ਜ਼ਿਆਦਾ ਪ੍ਰਬਲ ਹੋ ਗਈ ਹੈ ਕਿ ਬਹੁਤ ਜਲਦੀ ਹੁਣ ਦਰਸ਼ਨ ਹੋ ਜਾਣ ਜੀ। ਬਹੁਤ ਬੀਤ ਕਾ ਕਰ ਸਮੁਧਾਏ, ਬਹੁਤ ਬੀਤ ਕਾ ਫਿਰ ਕੀ ਹੈ, ਪਟਨੇ ਦੀਆਂ ਗਲੀਆਂ ਦੇ ਵਿੱਚੋਂ ਲੰਘਦਾ ਹੈ ਉਹ ਅਸਥਾਨ। ਜਿਵੇਂ ਅੱਜ ਵੀ ਆਪਾਂ ਜਾ ਕੇ ਉਸ ਪਵਿੱਤਰ ਸਥਾਨ ਤੱਕ ਸ਼੍ਰੀ ਹਰਿਮੰਦਰ ਦੇ ਦਰਸ਼ਨ ਕਰਦੇ ਹਾਂ ਨਾ, ਬਹੁਤ ਭਾਰੀ ਨਗਰ ਵਸਿਆ ਹੋਇਆ, ਕਿਉਂਕਿ ਇਹ ਸ਼ਹਿਰ ਦਾ ਵੀ ਆਪਣਾ ਇੱਕ ਵਿਲੱਖਣ ਸਥਾਨ ਹੈ। ਸੋ ਇਹ ਸਭ ਕੁਝ ਵੇਖਦਾ ਹੋਇਆ, ਆਨੰਦ ਮਾਣਦਾ ਹੋਇਆ ਤੇ ਇਹਨਾਂ ਗਲੀਆਂ ਚੋਂ ਲੰਘਦਾ ਹੋਇਆ ਜੀ। ਦੇਖਤ ਨਗਰ ਜਾਤ ਅਵਗਾਏ, ਨਗਰ ਨੂੰ ਤੱਕਦਾ ਹੈ ਕਿਉਂਕਿ ਭਾਰੀ ਪੁਰਾਤਨ ਨਗਰ ਹੈ ਤੇ ਇਹ ਲੰਘਦਾ ਹੋਇਆ, ਮਾਰਗ ਚੋਂ ਨਿਕਲਦਾ ਹੋਇਆ, ਨਗਰ ਨੂੰ ਵੇਖਦਾ ਹੋਇਆ ਸਤਿਗੁਰੂ ਜੀ ਕੇ ਘਰ ਵੱਲ ਨੂੰ ਜਾ ਰਿਹਾ ਸੀ। ਨਰ ਨਾਰਨ ਕੇ ਬ੍ਰਿੰਦ ਨਿਹਾਰੇ, ਬਹੁਤ ਸਾਰੇ ਉੱਥੋਂ ਦੇ ਵਸਣ ਵਾਲੇ ਜਿਹੜੇ ਮਨੁੱਖ, ਜਿਵੇਂ ਇਸਤਰੀਆਂ ਪੁਰਖ ਆਦਿਕ ਜੋ ਹਨ, ਉਹ ਇਸ ਨੇ ਰਾਹ ਦੇ ਅੰਦਰ ਆਉਂਦੇ ਜਾਂਦੇ ਜਿਵੇਂ ਆਪਾਂ ਵੇਖਦੇ ਹਾਂ ਇਦਾਂ ਸਭ ਵੇਖੇ ਹਨ। ਵਿਚਰਤ ਆਨੰਦ ਤਰ ਧਨ ਪਾਰੇ, ਪਰੰਤੂ ਇਹ ਮਹਿਸੂਸ ਕੀ ਕਰਦਾ ਹੈ ਵੀ ਇਹ ਜਿਤਨੇ ਵੀ ਇਸ ਨਗਰ ਵਿੱਚ ਇਸ ਵਕਤ ਵਿਚਰ ਰਹੇ ਹਨ, ਭਾਵੇਂ ਉਹ ਕਹਿ ਲਈਏ ਵੀ ਜਦੋਂ ਪੀਰ ਭੀਖਮ ਸ਼ਾਹ ਜੀ ਪਟਨੇ ਨਗਰ ਵਿੱਚ ਵੜਿਆ ਤੇ ਸਤਿਗੁਰੂ ਜੀ ਕੇ ਘਰ ਤੱਕ ਜਾ ਰਿਹਾ ਸੀ, ਰਸਤੇ ਦੇ ਵਿੱਚ ਇਹਨੂੰ ਜੋ ਵੀ ਕੋਈ ਮਨੁੱਖ ਮਿਲਦਾ ਸੀ, ਉਹ ਇਸਤਰੀ ਮਿਲਦੀ ਜਾਂ ਪੁਰਸ਼ ਮਿਲਦਾ, ਕਿਸੇ ਦੇ ਉੱਪਰ ਕੋਈ ਸੋਗ ਵਾਲੀ ਲਹਿਰ ਨਹੀਂ ਸੀ। ਇਉਂ ਹੈ ਭਾਈ ਸਾਹਿਬ ਜੀ ਕਹਿੰਦੇ ਨੇ ਸਾਰੇ ਦੇ ਸਾਰੇ ਦੇਖਤ ਇਹ ਕੀ ਵੇਖਦਾ ਹੈ ਵੀ ਸਾਰੇ ਦੇ ਸਾਰੇ ਵਿਚਰਤ ਆਨੰਦ ਧਰ ਧਰ ਭਾਰੇ, ਜਿਵੇਂ ਇਹ ਸਾਰੇ ਹੀ ਆਨੰਦ ਵਿੱਚ ਟਿਕੇ ਪਏ ਹਨ, ਸਾਰੇ ਹੀ ਆਨੰਦ ਮਗਨ ਹੋ ਗਏ ਹਨ। ਐਸੀ ਕਿਰਪਾ ਉਸ ਪਵਿੱਤਰ ਧਰਤੀ ਤੇ ਉਸ ਵਕਤ ਵਰਤ ਰਹੀ ਹੈ ਜੀ। ਕਰਮ ਕਰ ਸਕਲ ਉਲੰਘਤ ਆਏ, ਫਿਰ ਸਹਿਜੇ ਸਹਿਜੇ ਕਰਮ ਦਰ ਕਰਮ ਚੱਲਦਾ ਹੋਇਆ ਇਹ ਆਪਣਾ ਮਾਰਗ ਲੰਘ ਕੇ ਸਤਿਗੁਰੂ ਜੀ ਕੇ ਘਰ ਤੱਕ ਪਹੁੰਚਦਾ ਹੈ ਜੀ। ਜਿਸੀ ਠੋਰ ਗੁਰਪੂਰ ਸਹਾਏ, ਫਿਰ ਅਖੀਰ ਆਪਣੀ ਮੰਜ਼ਿਲ ਤੇ ਪਹੁੰਚ ਹੀ ਗਿਆ। ਪੀਰ ਭੀਖਮ ਸ਼ਾਹ ਆਪਣੇ ਦੋ ਮੁਰੀਦਾਂ ਨੂੰ ਨਾਲ ਲੈ ਕਰਕੇ ਸਤਿਗੁਰੂ ਜੀ ਕੇ ਪਵਿੱਤਰ ਦਵਾਰ ਤੱਕ, ਜਿਸ ਸਥਾਨ ਤੇ ਪਹਿਲੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰ ਗਏ ਸਨ, ਆਪਣੇ ਪਰਿਵਾਰ ਨੂੰ ਉੱਥੇ ਰੋਕ ਗਏ ਸਨ ਤੇ ਕੁਝ ਸਮੇਂ ਬਾਅਦ ਉੱਥੇ ਮਾਤ ਗੁਜਰ ਕੌਰ ਜੀ ਦੀ ਕੁੱਖੋਂ ਇੱਕ ਲਾਲ ਬਾਲ ਗੋਬਿੰਦ ਰਾਏ ਜੀ ਪ੍ਰਗਟੇ ਹਨ। ਅਖੀਰ ਇਹ ਉਸ ਦਵਾਰ ਤੱਕ ਪਹੁੰਚ ਹੀ ਜਾਂਦਾ ਹੈ। ਇਹਦੀ ਯਾਤਰਾ ਉਹ ਕਹਿ ਲਈਏ ਸਫਲ ਹੋ ਗਈ। ਜੈ ਸਿੱਖਿਅਨ ਕੀ ਭੀਰ ਕਨੇਰੀ, ਪਰੰਤੂ ਪ੍ਰਥਮ ਜਾ ਕਰਕੇ ਤੱਕਦਾ ਹੈ ਕਿ ਸਤਿਗੁਰੂ ਜੀ ਕੇ ਘਰ ਤਾਂ ਗੁਰੂ ਕੇ ਪਿਆਰ ਵਾਲੇ ਸਿੱਖਾਂ ਦਾ ਪਹਿਲਾਂ ਹੀ ਬਹੁਤ ਇਕੱਠ ਹੈ। ਵੱਡੇ ਸਮੁਦਾਇ ਸੰਗਤ ਦੇ ਰੂਪ ਅੰਦਰ ਸਤਿਗੁਰੂ ਜੀ ਕੇ ਘਰ ਦਰਸ਼ਨ ਪਾਉਣ ਦੇ ਲਈ ਆ ਰਹੇ ਹਨ। ਸਿੱਖ ਬੜੇ ਵੱਡੀ ਭੀੜ ਜਿਹੜੀ ਹੈ ਪਹਿਲੇ ਹੀ ਜੁੜੀ ਹੋਈ ਹੈ ਜੀ। ਕਰੈ ਕਾਮਣਾ ਲਹਿ ਬਡੇਰੀ, ਤੇ ਜੋ ਵੀ ਇੱਛਾ ਕਰਕੇ ਕਾਮਨਾ ਕਰਕੇ ਮਹਾਰਾਜ ਜੀ ਕੇ ਘਰ ਪਹੁੰਚੇ ਹੋਏ ਹਨ, ਜੋ ਬਖਸ਼ਿਸ਼ ਲੈਣ ਲਈ ਆਏ ਹੋਏ ਹਨ, ਉਹ ਸਾਰੇ ਪ੍ਰਸੰਨ ਚਿੱਤ ਹਨ। ਇਹਦਾ ਭਾਵ ਅਰਥ ਹੈ ਵੀ ਸਭ ਦੀਆਂ ਭਾਵਨਾਵਾਂ ਪੂਰੀਆਂ ਹੋ ਰਹੀਆਂ ਹਨ। ਤੈ ਸੰਗਤ ਮੈਂ ਹੋਈ ਇੱਕ ਪਾਸੇ, ਤੈ ਸੰਗਤ ਮੈਂ ਹੁਣ ਉਹ ਜਿਹੜੀ ਵੱਡੀ ਗਿਣਤੀ ਵਿੱਚ ਸੰਗਤ ਜੁੜੀ ਹੋਈ ਹੈ ਨਾ, ਉਸੇ ਸੰਗਤ ਦੇ ਵਿੱਚ ਹੀ ਇੱਕ ਪਾਸੇ ਤੋਂ ਹੁੰਦਾ ਹੋਇਆ ਬੈਠੇ ਪਿਖੈ ਬਿਲਾਸ ਹੁਲਾਸੇ, ਇਹ ਵੀ ਇੱਕ ਪਾਸੇ ਤੋਂ ਅਗਾ ਲੰਘਦਾ ਹੋਇਆ ਇੱਕ ਕੋਨੇ ਵੱਲ ਕਹਿ ਲਈਏ ਜਿੱਥੇ ਸੰਗਤ ਜੁੜੀ ਹੋਈ ਹੈ, ਇੱਕ ਪਾਸੇ ਜਾ ਕਰਕੇ ਬਹਿ ਗਿਆ। ਹੁਣ ਕਿਸੇ ਨੂੰ ਇਹਨੇ ਕੁਝ ਨਹੀਂ ਪੁੱਛਿਆ, ਕਿਸੇ ਨਾਲ ਕੋਈ ਵਾਰਤਾਲਾਪ ਸਾਂਝੀ ਨਹੀਂ ਕੀਤੀ, ਨਾ ਹੀ ਇਹਨੇ ਆਪਣੇ ਪਰਥਾਏ ਕਿਸੇ ਨੂੰ ਕੁਝ ਦੱਸਿਆ। ਲੇਕਿਨ ਜਿਸ ਵਕਤ ਉਹ ਉਸ ਇਕੱਠ ਵਿੱਚ ਜਾ ਕਰਕੇ ਬੈਠਾ ਤੇ ਜਿਸ ਵਕਤ ਉੱਥੇ ਬੈਠੀ ਹੋਈ ਸੰਗਤ ਦੇ ਅੰਦਰ ਨੂੰ ਤੱਕਦਾ, ਜਿੰਨੇ ਪ੍ਰਸੰਨਚਿਤ ਸਿੱਖ ਹਨ ਜਾਂ ਆਉਣ ਵਾਲੀ ਸੰਗਤ ਜਿੰਨੇ ਆਨੰਦ ਵਿੱਚ ਹੈ, ਉਸ ਆਨੰਦ ਨੂੰ ਵੇਖ ਕਰਕੇ ਫਕੀਰ ਆਪਣੇ ਆਪ ਦੇ ਵਿੱਚ ਮਸਤ ਹੋਈ ਜਾ ਰਿਹਾ। ਆਨੰਦ ਉਲਾਸੇ ਉਸ ਬਖਸ਼ਿਸ਼ ਨੂੰ ਵੇਖ ਕਰਕੇ, ਜਿਵੇਂ ਆਪਾਂ ਸੰਗਤ ਵਿੱਚ ਬੈਠੇ ਹਾਂ ਸਾਰੇ ਆਨੰਦ ਚਿੱਤ ਬੈਠੇ ਹੋਈਏ ਤੇ ਬਾਹਰੋਂ ਕੋਈ ਪੁਰਖ ਆਵੇ ਤੇ ਸਾਡੇ ਮੁਖ ਵੱਲ ਵੇਖੇ ਤੇ ਕਵੇ ਵਾਹ ਬਹੁਤ ਅਗੰਮੀ ਕਿਰਪਾ ਹੈ। ਇਸ ਢੰਗ ਦੇ ਨਾਲ ਨਾ ਫਕੀਰ ਭੀਖਮ ਸ਼ਾਹ ਜੀ ਸਤਿਗੁਰੂ ਜੀ ਕੇ ਦੁਆਰੇ ਤੇ ਪਹੁੰਚਿਆ। ਬੇਅੰਤ ਸਿੱਖ ਸੰਗਤ ਪਹਿਲੇ ਜੁੜੀ ਹੋਈ ਸੀ, ਕਿਉਂਕਿ ਮਾਤ ਨਾਨਕੀ ਜੀ ਪਾਸ ਮਹਾਰਾਜ ਜੀ ਦੀ ਯਾਦ ਵਿੱਚ ਸੰਗਤ ਰੋਜ਼ ਬਹਿੰਦੀ ਸੀ, ਕੀਰਤਨ ਹੁੰਦਾ ਸੀ, ਰਵਾਬੀ ਜੁੜਦੇ ਸਨ, ਸ਼ਬਦ ਗੁਰਬਾਣੀ ਉਹ ਨਿਰੰਤਰ ਮਰਿਆਦਾ ਚੱਲਦੀ ਹੈ।
ਸੋ ਇਹ ਸਭ ਕੁਝ ਜਿਸ ਵਕਤ ਇਹਨੇ ਨੇਤਰੀ ਤੱਕਿਆ ਹੈ, ਆਨੰਦ ਵੇਖਿਆ ਹੈ ਵਰਸਦਾ ਹੋਇਆ, ਤੇ ਇਹ ਪ੍ਰਥਮ ਬਹੁਤ ਆਨੰਦ ਹੁਲਾਸ ਅੰਦਰ ਖੁਸ਼ੀ ਵਿੱਚ ਆ ਰਿਹਾ ਹੈ। ਸਮਾ ਪਾਇ ਲਖ ਕੈ ਅਵਕਾਸ। ਫਿਰ ਜਿਸ ਵਕਤ ਸੰਗਤ ਜੁੜੀ ਰਹੀ, ਇਹ ਆਪਣਾ ਸ਼ਾਂਤ ਚਿਤ ਸੰਗਤ ਵਿੱਚ ਹੀ ਸੰਗਤੀ ਰੂਪ ਦੇ ਅੰਦਰ ਬੈਠਾ ਰਿਹਾ। ਫਿਰ ਜਿਸ ਵਕਤ ਵੇਖਿਆ ਵੀ ਸੰਗਤ ਹੁਣ ਸਹਿਜੇ ਸਹਿਜੇ ਰੁਖਸਤ ਹੋ ਗਈ ਹੈ, ਨਗਰ ਦੀ ਸੰਗਤ ਆਪਣੇ ਆਪਣੇ ਨਿੱਜੀ ਗ੍ਰਹਿ ਅੰਦਰ ਚਲੀ ਗਈ, ਦੂਰ ਦੁਰਾਡੇ ਦੀ ਸੰਗਤ ਜੋ ਕੋਈ ਸੇਵਾ ਸਿਮਰਨ ਕਰਨਾ ਉੱਥੇ ਜਾ ਕਿਸੇ ਵਾਪਸ ਜਾਣਾ, ਆਪਣੇ ਆਪਣੇ ਕੰਮਾਂ ਵਿੱਚ ਰੁੱਝ ਗਈ। ਫਿਰ ਇਸਨੇ ਵੇਖਿਆ ਵੀ ਹੁਣ ਖਾਲੀ ਹੈ, ਹੁਣ ਸਤਿਗੁਰੂ ਜੀ ਕੇ ਦਵਾਰ ਤੇ ਜਾ ਕਰਕੇ ਵਾਰਤਾਲਾਪ ਕੀਤੀ ਜਾ ਸਕਦੀ ਹੈ। ਮੌਕਾ ਵੇਖ ਕੇ ਫਿਰ ਇਹ ਅੱਗੇ ਪਹੁੰਚਦਾ ਹੈ ਜੀ। ਖਾਂਡੋ ਪਇਓ ਪੀਕ ਸਭ ਪਾਸ। ਖਾਂਡੋ ਪਇਓ, ਫਿਰ ਮਹਾਰਾਜ ਜੀ ਕੇ ਘਰ ਤੱਕ ਪਹੁੰਚਿਆ, ਕਿਉਂਕਿ ਇਸ ਵਕਤ ਨਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਪ ਤੇ ਘਰ ਹੈ ਨਹੀਂ ਨੇ, ਆਪ ਤੇ ਅੱਗੇ ਯਾਰਤ ਤੇ ਚੱਲੇ ਹੋਏ ਨੇ, ਪਿੱਛੇ ਭਾਈ ਕਿਰਪਾਲ ਦਾਸ ਜੀ ਜੋ ਸਾਰਾ ਕੁਝ ਸਾਂਭ ਰਹੇ ਨੇ। ਸੋ ਪ੍ਰਥਮ ਜਾ ਕਰਕੇ ਇਹ ਮਹਾਰਾਜ ਜੀ ਕੇ ਘਰ ਜਿਸ ਵਕਤ ਪਹੁੰਚਦਾ ਹੈ, ਜੋ ਵੀ ਇਸ ਨੂੰ ਅੱਗੋਂ ਮਿਲਦਾ ਹੈ, ਭਾਵੇਂ ਉਹ ਸਿੱਖ ਦਰਬਾਰ, ਸਭ ਨੂੰ ਨੀਵਾਂ ਹੋ ਕਰਕੇ ਸੀਸ ਨਵਾ ਕੇ ਨਮਸਕਾਰ ਕਰਦਾ ਹੈ। ਆਦ ਕਿਰਪਾਲ ਵਿਸਾਲ ਜੇ ਬੈਸੇ। ਫਿਰ ਸਹਿਜੇ ਹੀ ਇਹ ਉੱਥੋਂ ਤੱਕ ਪਹੁੰਚਿਆ ਜਿੱਥੇ ਮਾਤ ਗੁਜਰ ਕੌਰ ਜੀ ਦੇ ਭਰਾਤਾ ਭਾਈ ਕਿਰਪਾਲ ਦਾਸ ਜੀ ਬੈਠੇ ਸਨ। ਫਿਰ ਇਸਨੇ ਜਾ ਕਰਕੇ ਕਿਰਪਾਲ ਦਾਸ ਜੀ ਹੋਰਾਂ ਨੂੰ ਨਮਸਕਾਰ ਕੀਤੀ ਹੈ। ਜੋਰੇ ਹਾਥ ਕਹਿਤ ਭਾ ਐਸੇ। ਦੋਵੇਂ ਹੱਥ ਜੋੜ ਕੇ ਸੀਸ ਨਵਾਇਆ ਤੇ ਆਪਣੇ ਮੁਖ ਤੋਂ ਇਸਨੇ ਇਹ ਵਚਨ ਕਹੇ ਸਨ, ਜੋ ਜਨਮਿਓ ਅਬ ਸਾਹਿਬ ਜਾਦਾ। ਤੇ ਇਸਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗਾ ਜੀ ਇਸ ਵਕਤ ਜਿਹੜਾ ਸਾਹਿਬ ਜਾਦਾ ਜਨਮ ਧਰ ਕੇ ਇਸ ਸੰਸਾਰ ਵਿੱਚ ਆਇਆ ਹੈ, ਭਾਵ ਜਿਨ੍ਹਾਂ ਨੇ ਇੱਥੇ ਅਵਤਾਰ ਧਾਰਨ ਕੀਤਾ ਹੈ, ਤੇਨ ਜਗ ਸਿੱਖਿਅਨ ਅਹਲਾਦਾ। ਜਿਹੜਾ ਇਸ ਸੰਸਾਰ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ, ਆਪਣਿਆਂ ਸਿੱਖਾਂ ਨੂੰ ਬਖਸ਼ਿਸ਼ ਦੇਣ ਦੇ ਲਈ ਪ੍ਰਗਟ ਹੋਏ ਹਨ। ਤਿਸਕੇ ਦਰਸ਼ਨ ਕੀ ਹਮ ਚਾਹੂ। ਤੇ ਕਹਿਣ ਲੱਗਾ ਕਿ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਜਿਹੜੇ ਪ੍ਰਗਟ ਹੋਏ ਹਨ ਨਾ ਸਾਹਿਬਜ਼ਾਦੇ ਲਾਲ ਗੋਬਿੰਦ ਰਾਏ ਜੀ, ਉਹਨਾਂ ਦੇ ਦਰਸ਼ਨ ਕਰਨ ਦੀ ਸਾਨੂੰ ਬੜੀ ਪ੍ਰਬਲ ਇੱਛਾ ਹੈ, ਬਹੁਤ ਇੱਛਾ ਹੈ। ਤੇ ਉਸੇ ਇੱਛਾ ਨੂੰ ਰੱਖ ਕੇ ਇਧਰੋਂ ਪੰਜਾਬ ਤੋਂ ਚੱਲਦਾ ਪੂਰਬ ਦੇਸ਼ ਪਟਨਾ ਸਾਹਿਬ ਤੱਕ ਇਹ ਪਹੁੰਚਿਆ ਹੈ। ਉਹਨਾਂ ਦੇ ਦਰਸ਼ਨਾਂ ਦੀ ਅਤਿਅੰਤ ਇੱਛਾ ਲੈ ਕਰਕੇ ਇੱਥੇ ਆਏ ਹਾਂ। ਜਿਸ ਹਿਤ ਗਮਨੇ ਬੋ ਦਿਨ ਰਾਹੂ। ਇਹ ਦਰਸ਼ਨਾਂ ਦੀ ਇੱਛਾ ਲਈ ਅਸੀਂ ਇੱਥੋਂ ਤੱਕ ਆਏ ਹਾਂ, ਤੇ ਜਿਹੜਾ ਰਸਤਾ ਉਲੰਘ ਕੇ ਆਏ ਆ, ਬਹੁਤ ਦਿਨ ਲੱਗੇ ਹਨ ਸਾਨੂੰ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਸਾਧਨ ਵੀ ਸੀਮਤ ਸਨ, ਤੇ ਖਾਸ ਕਰਕੇ ਫਕੀਰ ਲੋਕ ਜਿਹੜੇ ਹੁੰਦੇ ਸਨ ਨਾ ਗੁਰਮੁਖੋ, ਉਹ ਬਹੁਤਾਤ ਵਿੱਚ ਪੈਦਲ ਹੀ ਚੱਲਿਆ ਕਰਦੇ ਸਨ। ਉਹ ਕਦੀ ਕੋਈ ਸਹਾਰਾ ਐਸਾ ਨਹੀਂ ਲੱਭਦੇ ਸਨ, ਆਰਾਮ ਦੇ ਨਾਲ ਸਹਿਜੇ ਸਹਿਜੇ ਮਾਰਗ ਲੰਘਦੇ ਜਾਣਾ, ਅੱਗੇ ਤੋਂ ਅੱਗੇ ਦੇਸ਼ਾਂ ਨੂੰ ਤੁਰੇ ਜਾਣਾ। ਸੋ ਇਸ ਵੇਲੇ ਬੜੇ ਦਿਨ ਲੱਗੇ ਹਨ ਸਾਨੂੰ ਰਸਤੇ ਵਿੱਚ, ਉਹਦਾ ਰਸਤਾ ਸਰ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਹਾਂ। ਅਬ ਦਰਸ਼ਨ ਕਰਵਾਓ ਮੋਹੇ। ਤੇ ਭਾਈ ਕਿਰਪਾਲ ਦਾਸ ਜੀ ਨੂੰ ਜਾ ਕਰਕੇ ਕਹਿੰਦਾ, ਕਿਰਪਾ ਕਰੋ ਇੱਕ ਵਾਰ ਉਹਨਾਂ ਦਾ ਦੀਦਾਰ ਕਰਵਾ ਦਿਓ, ਇੱਕ ਵਾਰ ਦਰਸ਼ਨ ਕਰਵਾ ਦਿਓ ਜੀ। ਸਫਲ ਆਇਬੋ ਮਗੋ ਹੋਏ। ਤਾਂ ਜੋ ਸਾਡਾ ਇਹ ਸਫ਼ਰ ਕੀਤਾ ਹੋਇਆ, ਸਾਡੀ ਇਹ ਯਾਤਰਾ ਕੀਤੀ ਹੋਈ ਇੱਥੋਂ ਤੱਕ ਆਉਣਾ ਸਫਲ ਹੋ ਜਾਏ। ਅਪਰ ਨ ਕਾਰਜ ਕੋਏ ਹਮਾਰਾ। ਸਾਡਾ ਫਕੀਰਾਂ ਦਾ ਹੋਰ ਕੋਈ ਕਾਰਜ ਨਹੀਂ ਹੈ ਇੱਥੋਂ ਤੱਕ ਆਉਣ ਦੇ ਲਈ, ਕੇਵਲ ਤੇ ਕੇਵਲ ਉਸ ਪਵਿੱਤਰ ਆਤਮਾ ਦੇ ਦੀਦਾਰ ਪਾਉਣ ਆਏ ਹਾਂ, ਜਿਹੜੇ ਕੁਝ ਦਿਨ ਪਹਿਲੋਂ ਇੱਥੇ ਸਰੀਰ ਧਾਰਨ ਕਰਕੇ ਪ੍ਰਗਟ ਹੋਏ ਹਨ। ਆਏ ਲਖਿਓ ਗੁਰੂ ਦਰਬਾਰਾ। ਤੇ ਚੱਲਦੇ ਹੋਏ ਅਖੀਰ ਅਸੀਂ ਉੱਥੇ ਪਹੁੰਚ ਹੀ ਗਏ ਹਾਂ ਜਿਸ ਸਥਾਨ ਤੇ ਸਤਿਗੁਰੂ ਜੀ ਦਾ ਦਰਬਾਰ ਸਜਦਾ ਹੈ। ਆ ਕਰਕੇ ਆਪ ਜੀ ਦਾ ਇਹ ਦਰਬਾਰ, ਗੁਰੂ ਦਾ ਦਰ ਜਿਹੜਾ ਦਰਬਾਰਾ ਵੇਖਿਆ ਹੈ। ਸੁਨ ਕਿਰਪਾਲ ਨੇ ਬਾਕ ਬਖਾਨਾ। ਫਿਰ ਭਾਈ ਕਿਰਪਾਲ ਦਾਸ ਜੀ ਨੇ ਜਿਸ ਵਕਤ ਇਸ ਫਕੀਰ ਭੀਖਮ ਸ਼ਾਹ ਦੇ ਬੋਲ ਸੁਣੇ ਹਨ, ਫਿਰ ਅੱਗੋਂ ਉਹਨਾਂ ਨੇ ਇਹਨਾਂ ਨੂੰ ਇਉਂ ਉੱਤਰ ਦਿੱਤਾ ਹੈ, ਭਲਾ ਪਇਓ ਤੁਮ ਟਿਕੋ ਸਥਾਨਾ। ਕਿਆ ਕਿ ਭਲਾ ਹੈ, ਪੁਰਖਾ ਭਲਾ ਹੈ, ਬਹੁਤ ਚੰਗਾ ਕੀਤਾ ਤੁਸੀਂ ਇੱਥੇ ਉਸ ਪਵਿੱਤਰ ਆਤਮਾ ਦੇ ਦਰਸ਼ਨ ਕਰਨ ਆਏ ਹੋ। ਦਰਸ਼ਨ ਹੋਣਗੇ ਪਰੰਤੂ ਇੱਥੇ ਹੀ ਟਿਕ ਜਾਓ। ਅੰਤਰ ਜਾਏ ਬਿਰਤੰਤ ਸੁਣਾਵਾ। ਫਿਰ ਭਾਈ ਕਿਰਪਾਲ ਦਾਸ ਜੀ ਉਸ ਆਸਨ ਤੋਂ ਉੱਠ ਕਰਕੇ ਤੇ ਅੰਦਰ ਗਏ ਚਲੇ ਹਨ। ਅੰਦਰ ਤੋਂ ਭਾਵ ਨਿੱਜੀ ਕਾਰਜ ਸਥਾਨ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕੇ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਗੋਬਿੰਦ ਰਾਏ ਜੀ ਜਾਂ ਕੁਝ ਗਿਣਤੀ ਦੇ ਚੁਣਿੰਦਾ ਸੇਵਕ ਸਿੱਖ ਹਨ।
ਸੋ ਅੰਦਰ ਜਾਂਦੇ ਹਨ ਤੇ ਫਿਰ ਉੱਥੇ ਕੁਝ ਵਾਰਤਾਲਾਪ ਹੁੰਦੀ ਹੈ। ਸੈਯਦ ਏਕ ਪੀਰ ਚਲ ਆਵਾ। ਜਾ ਕੇ ਪ੍ਰਥਮ ਇਹਨਾਂ ਨੇ ਮਾਤ ਨਾਨਕੀ ਜੀ ਦੇ ਨਾਲ ਬਚਨ ਸਾਂਝਾ ਕੀਤਾ ਵੀ ਇੱਕ ਸੈਯਦ ਪੀਰ ਹੈ ਜਿਹੜਾ ਕਿ ਪੰਜਾਬ ਦੇਸ਼ ਦੀ ਧਰਤੀ ਤੋਂ ਹੀ ਚੱਲ ਕੇ ਆਇਆ ਹੈ। ਸਾਹਿਬ ਜਾਦੇ ਕੋ ਚੈ ਦੇਖਾਂ। ਜਿਹੜਾ ਕਿ ਸਾਡੇ ਪਾਸ ਇੱਥੇ ਪਹੁੰਚਿਆ ਹੈ ਪਟਨਾਪੁਰ, ਤੇ ਆ ਕਰਕੇ ਉਸ ਨੇ ਇਹ ਪ੍ਰਬਲ ਇੱਛਾ ਜ਼ਾਹਰ ਕੀਤੀ ਹੈ ਵੀ ਸਾਹਿਬਜ਼ਾਦੇ ਜੀ ਦਾ ਦੀਦਾਰ ਪਾਉਣਾ ਹੈ। ਹਿਰਦੈ ਲਾਲਸਾ ਕਰਤ ਬਿਸੇਖਾ। ਤੇ ਜਿਸ ਢੰਗ ਦੇ ਨਾਲ ਉਹਨਾਂ ਨੇ ਬੇਨਤੀ ਕੀਤੀ ਹੈ, ਵੇਖ ਕੇ ਸਾਨੂੰ ਵੀ ਇਹ ਮਹਿਸੂਸ ਹੋਇਆ ਵੀ ਬੜੀ ਪ੍ਰਬਲ ਇੱਛਾ ਹੈ ਉਹਨਾਂ ਦੇ ਅੰਦਰ, ਬਹੁਤ ਭਾਰੀ ਲਾਲਸਾ ਹੈ ਸਾਹਿਬਜ਼ਾਦੇ ਦੇ ਪਵਿੱਤਰ ਮੁਖ ਨੂੰ ਤੱਕਣ ਦੀ। ਸੋ ਇਸੇ ਇੱਛਾ ਨੂੰ ਮੁੱਖ ਰੱਖਦਿਆਂ ਹੋਇਆਂ ਉਹ ਇੱਥੋਂ ਤੱਕ ਪਹੁੰਚੇ ਹਨ। ਸ੍ਰੀ ਗੁਜਰੀ ਜੁਤ ਸੇਵਕ ਔਰ। ਤੇ ਜਿਸ ਵਕਤ ਭਾਈ ਕਿਰਪਾਲ ਦਾਸ ਜੀ ਨੇ ਅੰਦਰ ਜਾ ਕੇ ਮਾਤ ਗੁਜਰ ਕੌਰ ਤੇ ਮਾਤ ਨਾਨਕੀ ਜੀ ਦੇ ਪਾਸ ਇਹ ਬੇਨਤੀ ਕੀਤੀ, ਫਿਰ ਭਾਈ ਸਾਹਿਬ ਜੀ ਕਹਿੰਦੇ ਹਨ ਉਸ ਵਕਤ ਮਾਤਾ ਗੁਜਰੀ ਜੀ ਦੇ ਪਾਸ ਕੁਝ ਹੋਰ ਸੇਵਕ ਆਦਿਕ ਸਿੱਖ ਜੋ ਖੜੇ ਸਨ। ਬੈਠੇ ਸੁਣਤ ਪੈ ਤਿਸ ਠੋਰ। ਉਹ ਸਾਰੇ ਹੀ ਇਹ ਬੇਨਤੀ ਜੋ ਭਾਈ ਕਿਰਪਾਲ ਦਾਸ ਜੀ ਕਰ ਰਹੇ ਸਨ, ਇਹ ਬੇਨਤੀ ਜਿਹੜੀ ਹੈ ਉਹ ਸੁਣ ਰਹੇ ਸਨ। ਸਭ ਕੇ ਮਨ ਮੈਂ ਸੰਸੈ ਤਬ ਹੋਆ। ਹੁਣ ਇਹ ਬੇਨਤੀ ਤੇ ਸੁਣ ਲਈ ਗੁਰਮੁਖੋ, ਪਰੰਤੂ ਮਨ ਦੇ ਵਿੱਚ ਨਾ ਇੱਕ ਸੰਸਾ ਖੜਾ ਹੋ ਗਿਆ। ਸੰਸਾ ਕੀ ਹੈ ਉਹਦਾ ਵਿਖਿਆਨ ਹੁਣ ਅੱਗੇ ਆਵੇਗਾ। ਤੁਰਕ ਦਲੇਸ ਦੁਰਾਸੀ ਜੋਵਾ। ਸੰਸਾ ਇਹ ਖੜਾ ਹੋਇਆ ਵੀ ਫਕੀਰ ਨੂੰ ਦਰਸ਼ਨ ਕਰਵਾਉਣੇ, ਚਲੋ ਚੰਗੀ ਗੱਲ ਹੈ, ਐਸਾ ਤੇ ਕੋਈ ਇਹਦੇ 'ਚ ਗੁਰੇਜ਼ ਵਾਲੀ ਗੱਲ ਨਹੀਂ ਹੈ, ਲੇਕਿਨ ਫਕੀਰ ਜਿਹੜਾ ਹੈ ਸੈਯਦ ਹੈ, ਇਸਲਾਮੀ ਮਤ ਨਾਲ ਸੰਬੰਧਿਤ ਹੈ। ਤੇ ਇਸ ਵਕਤ ਜੋ ਵਰਤਾਰੇ ਵਰਤ ਰਹੇ ਨੇ, ਤੁਰਕ ਦਲੇਸ਼ ਦਸਾਵੀ ਜੋਵਾ, ਦਿੱਲੀ ਦੇ ਉੱਪਰ ਤਖਤ ਦੇ ਦਿੱਲੀ ਦੇ ਤਖਤ ਤੇ ਜਿਹੜਾ ਮੌਜੂਦਾ ਸਮੇਂ 'ਚ ਬਾਦਸ਼ਾਹ ਬੈਠਾ ਹੋਵੇ ਤੁਰਕ ਹੈ, ਤੇ ਹੈ ਵੀ ਬੜਾ ਜ਼ਾਲਮ, ਹੈ ਵੀ ਉਹ ਨਿਰਦਈ ਹੈ, ਕਿਉਂਕਿ ਸਭ ਨੂੰ ਪਤਾ ਲੱਗ ਚੁੱਕਾ ਸੀ ਜਿਸ ਢੰਗ ਦੇ ਨਾਲ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ, ਆਪਣੇ ਪਿਤਾ ਆਦਿਕ ਪਰਿਵਾਰ ਨੂੰ ਕਤਲ ਕਰਕੇ ਤਖਤ ਹਥਿਆਇਆ ਸੀ। ਸੋ ਉਹ ਬੜਾ ਹਿੰਸਕ ਬਾਦਸ਼ਾਹ ਹੈ, ਤੇ ਕਿਤੇ ਇਹਦੇ ਮਗਰ ਕੋਈ ਉਹਦੀ ਚਾਲ ਨਾ ਹੋਵੇ, ਇਸ ਕਰਕੇ ਥੋੜਾ ਜਿਹਾ ਮਨ ਇੱਥੇ ਨਾ ਸੰਸ਼ੇ ਅੰਦਰ ਆਇਆ ਹੈ। ਸੁਧ ਤਿਸ ਹੋਏ ਹਕਾਰੈ ਤੀਰ। ਕਿਤੇ ਐਸਾ ਨਾ ਹੋਵੇ ਵੀ ਸਤਿਗੁਰੂ ਜੀ ਕੇ ਪੁੱਤਰ ਦੀ ਪ੍ਰਗਟ ਹੋਣ ਦੀ ਇਹ ਸੁਧ ਜਿਹੜੀ ਹੈ ਉੱਥੋਂ ਤੱਕ ਪਹੁੰਚ ਗਈ ਹੋਵੇ ਤੇ ਉਹਨੇ ਕੋਈ ਨਾ ਕੋਈ ਸਾਂਗ ਵਰਤਾਇਆ ਹੋਵੇ। ਕੋ ਜਾਣੈ ਕਿਉ ਆਵਾ ਪੀਰ। ਕਿਉ ਜਾਣੈ ਭਾਵੁੜ ਕੌਣ ਦੱਸੇ ਇੱਥੋਂ ਤੱਕ ਕਿਵੇਂ ਆਏ ਹਨ। ਭਾਵ ਇੰਨੀ ਵੱਡੀ ਯਾਤਰਾ ਕਰਕੇ ਤੇ ਇੰਨੇ ਥੋੜੇ ਸਮੇਂ ਵਿੱਚ ਇੰਨੀ ਜਲਦੀ ਨਾਲ ਇੱਥੇ ਪਹੁੰਚ ਜਾਣਾ, ਇਹ ਜਾਂ ਤੇ ਵੇਖੋ ਜੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਪ ਉਸ ਥਾਂ ਤੇ ਮੌਜੂਦ ਹੁੰਦੇ ਤੇ ਮਹਾਰਾਜ ਜੀ ਦੇ ਅੰਦਰ ਤੇ ਬੜੀ ਬਖਸ਼ਿਸ਼ ਹੈ, ਫਕੀਰਾਂ ਦੀ ਰਮਜ ਉਸੇ ਵਕਤ ਪੜ੍ਹ ਲੈਂਦੇ ਸਨ, ਅੰਤਰਾਤਮੇ ਤੋਂ ਝਾਤ ਮਾਰ ਲੈਂਦੇ ਸਨ ਵੀ ਇਹ ਸੱਚਾ ਹੈ ਕਿ ਝੂਠਾ ਹੈ। ਸਤਿਗੁਰੂ ਤਾਂ ਹੈ ਨਹੀਂ, ਪਰਿਵਾਰ ਹੈ, ਮਾਤ ਨਾਨਕੀ ਮਾਤਾ ਕੁਝ ਸਿੱਖ ਨੇ। ਸੋ ਉਹਨਾਂ ਦੇ ਮਨ ਵਿੱਚ ਇੱਕ ਸ਼ੰਕਾ ਖੜਾ ਹੋ ਗਿਆ ਵੀ ਇਹ ਸੈਯਦ ਪੀਰ ਹੈ ਤੇ ਬਹੁਤ ਜਲਦੀ ਇੱਥੋਂ ਤੱਕ ਪਹੁੰਚ ਵੀ ਗਿਆ, ਇੰਨੀ ਵੱਡੀ ਯਾਤਰਾ ਵੀ ਕਰਕੇ ਆਇਆ, ਕਿਤੇ ਐਸਾ ਤੇ ਨਹੀਂ ਵੀ ਇਹਦੇ ਮਗਰ ਕੋਈ ਸਮੇਂ ਦੇ ਹੁਕਮਰਾਨ ਰਾਜਨੀਤੀ ਕਰ ਰਹੇ ਹੋਣ, ਕਿਤੇ ਕੋਈ ਐਸੀ ਅਣਮਿੱਥੀ ਘਟਨਾ ਨਾ ਹੋ ਜਾਏ। ਸੋ ਇਸ ਕਰਕੇ ਇੱਕ ਵਾਰ ਜਿਹੜਾ ਮਨ ਹੈ ਨਾ ਸ਼ੰਕੇ ਦੇ ਅੰਦਰ ਆਉਂਦਾ ਹੈ। ਕਰ ਹਮਰੇ ਸੋ ਕਰਤਾ ਬਾਦ। ਕਿਉਂਕਿ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਵੀ ਉਹ ਐਸਾ ਮੂਰਖ ਬਾਦਸ਼ਾਹ ਹੈ ਜਿਹੜਾ ਹੁਣ ਤੋਂ ਨਹੀਂ ਪਹਿਲੇ ਤੋਂ ਭਾਵ ਮੈਂ ਇਉਂ ਕਹਾਂਗਾ ਕਿ ਇਹੀ ਔਰੰਗਜ਼ੇਬ ਬਾਦਸ਼ਾਹ ਹੈ ਜਿਸ ਨੇ ਸਭ ਤੋਂ ਪਹਿਲਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਵੇਲੇ ਉਹਨਾਂ ਨੂੰ ਦਿੱਲੀ ਆਉਣ ਦੇ ਲਈ ਤਲਬ ਕੀਤਾ ਸੀ। ਬਾਬਾ ਰਾਮ ਰਾਏ ਜੀ ਗਏ, ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀਆਂ ਨੂੰ ਰਾਜਾ ਜੈ ਸਿੰਘ ਰਾਈ ਸੱਦਾ ਭਜਵਾ ਕੇ ਤੇ ਦਿੱਲੀ ਬੁਲਾਇਆ ਦਰਸ਼ਨ ਕਰਨ ਦੇ ਲਈ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨੇ, ਚਲੋ ਉਹਨੂੰ ਪਤਾ ਵੀ ਮਹਾਰਾਜ ਤੇ ਇਦਾਂ ਦੇ ਸੁਭਾਅ ਦੇ ਮਾਲਕ ਨਹੀਂ ਨੇ, ਨਾ ਹੀ ਉਹ ਅਜ਼ਮਤ ਨੂੰ ਵੇਖਦਿਆਂ ਹੋਇਆਂ ਛੇੜਨਾ ਚਾਹੁੰਦਾ, ਪਰੰਤੂ ਜਿਹੜਾ ਸਾਹਿਬਜ਼ਾਦਾ ਪ੍ਰਗਟ ਹੋਇਆ, ਹਾਲਾਂਕਿ ਇਹਦੇ ਵਿੱਚ ਉਸ ਪੱਖ ਤੋਂ ਕੋਈ ਤਾਰ ਜੁੜਦੀ ਨਹੀਂ, ਇਉਂ ਕਹੀਏ ਵੀ ਇਹ ਗੱਲ ਜਿਹੜੀ ਅਸੀਂ ਕਰ ਰਹੇ ਹਾਂ ਤੁਰਕ ਬਾਦਸ਼ਾਹ ਜਿਹੜਾ ਹੈ ਉਹਦੇ ਵੱਲੋਂ ਐਸਾ ਕੁਝ ਵੀ ਨਹੀਂ ਕੀਤਾ ਗਿਆ, ਲੇਕਿਨ ਇੱਕ ਸ਼ੰਕਾ ਹੈ ਕਿ ਕਿਤੇ ਐਸਾ ਨਾ ਹੋਵੇ ਕਿ ਜਿਹੜਾ ਇਤਨਾ ਜ਼ਾਲਮ ਬਾਦਸ਼ਾਹ ਹੈ ਉਸ ਨੇ ਇਸ ਨੂੰ ਭੇਜਿਆ ਹੋਵੇ ਜਾਂ ਉਹ ਕੋਈ ਸਾਡੇ ਨਾਲ ਕੁਝ ਐਸਾ ਕਰਦਾ ਹੋਵੇ, ਕਿਉਂਕਿ ਉਹ ਬੜਾ ਬਾਦੀ ਹੈ, ਬੜਾ ਰਖਾਲੂ ਬਾਦਸ਼ਾਹ ਹੈ। ਬਾਦੀ ਨੌਰੰਗ ਮੈਦ ਪ੍ਰਮਾਦ। ਉਹ ਐਸੇ ਸੁਭਾਅ ਦਾ ਮਾਲਕ ਹੈ ਕਿ ਬਿਨਾਂ ਮਤਲਬ ਤੋਂ ਪੀਰਾਂ ਫਕੀਰਾਂ ਦੇ ਨਾਲ, ਸੰਤਾਂ ਮਹਾਂਪੁਰਖਾਂ ਦੇ ਨਾਲ ਵੀ ਵੈਰ ਕਮਾਉਣ ਬਹਿ ਜਾਂਦਾ ਹੈ, ਤੇ ਉਹ ਅਜ਼ਮਤ ਵਾਲਿਆਂ ਦੇ ਨਾਲ ਤੇ ਵੈਸੇ ਹੀ ਉਹ ਉਹਨਾਂ ਦੀ ਕਲਾ ਵੇਖਣਾ ਚਾਹੁੰਦਾ ਹੈ।
ਸੋ ਇਸ ਵਿਦ ਮਨ ਅੰਦਰ ਇੱਕ ਸ਼ੰਕਾ ਪ੍ਰਗਟ ਹੋਇਆ ਹੈ। ਸਾਹਿਬ ਨਹੀਂ ਨਿਕਟ ਇਸ ਕਾਲ। ਤੇ ਮਾਤਾ ਜੀ ਕਹਿਣ ਲੱਗੇ ਕਿ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਇਸ ਵਕਤ ਸਾਡੇ ਪਾਸ ਨਹੀਂ ਹਨ। ਜੋ ਸਭ ਦਿਸਤੇ ਲੇਤ ਸੰਭਾਲ। ਜੋ ਕਿ ਸਤਿਗੁਰੂ ਆਪ ਹੁੰਦੇ ਤੇ ਸਾਨੂੰ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ ਸੀ। ਮਹਾਰਾਜ ਜੀ ਨੇ ਆਪ ਹੀ ਇਹ ਸਭ ਸੰਭਾਲ ਲੈਣਾ ਸੀ। ਜੇ ਯੋਗ ਹੁੰਦਾ ਤੇ ਦਰਸ਼ਨ ਕਰਵਾ ਦੇਣੇ ਸੀ, ਅਯੋਗ ਹੁੰਦਾ ਤੇ ਮਹਾਰਾਜ ਨੇ ਕੋਈ ਨਾ ਕੋਈ ਵਿਉਂਤ ਬਣਾ ਕੇ ਟਾਲਾ ਕਰ ਦੇਣਾ ਸੀ। ਸੋ ਸਤਿਗੁਰੂ ਵੀ ਨਹੀਂ ਹਨ ਤੇ ਇਹ ਸੈਯਦ ਪੀਰ ਵੀ ਬੜੀ ਜਲਦੀ ਇੱਥੋਂ ਤੱਕ ਆਇਆ ਹੈ। ਹੁਣ ਸਮਝ ਨਹੀਂ ਆ ਰਹੀ ਵੀ ਕੀਤਾ ਕੀ ਜਾਏ। ਸੋ ਇਸ ਵਿੱਚ ਨਾ ਮਨ ਸ਼ੰਕਤ ਹੈ। ਸ਼੍ਰੀ ਹਰਿ ਕ੍ਰਿਸ਼ਨ ਬੈਸ ਜਿਨ ਥੋਰੀ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਕੀ ਉਮਰ ਵੀ ਬਹੁਤ ਘੱਟ ਸੀ ਜਿਸ ਵਕਤ ਉਹਨਾਂ ਨੂੰ ਦਿੱਲੀ ਬੁਲਾਇਆ ਗਿਆ। ਕਰੇ ਹਕਾਰ ਨਿਜ ਜਿਸ ਓਰੀ। ਤੇ ਉਸੇ ਬਾਦਸ਼ਾਹ ਨੇ ਹੀ ਇਸੇ ਤਰ੍ਹਾਂ ਆਪਣੇ ਪਾਸ ਬੁਲਾਇਆ ਸੀ। ਤਿਨੋ ਦਰਸ਼ਨ ਦੀਨਸ ਲੀਨਸ। ਤਿੰਨੋਂ ਦਰਸ਼ ਭਾਵ ਬਾਦਸ਼ਾਹ ਤੇ ਚਾਹੁੰਦਾ ਸੀ ਵੀ ਮੈਂ ਸਤਿਗੁਰੂ ਜੀ ਦਾ ਦੀਦਾਰ ਕਰਾਂ, ਵੇਖਾਂ, ਦਰਸ਼ਨ ਕਰਾਂ ਆਪਣੇ ਨੇਤਰਾਂ ਨਾਲ। ਪਰੰਤੂ ਗੁਰਦੇਵ ਚਾਹੁੰਦੇ ਨਹੀਂ ਸਨ ਵੀ ਅਸੀਂ ਇਹਨੂੰ ਦੀਦਾਰ ਦੇਣਾ। ਨੈ ਮਲੇਸ਼ ਕੋ ਦਰਸ਼ਨ ਦੇਣਾ, ਨੈ ਮਲੇਸ਼ ਕਾ ਦਰਸ਼ਨ ਲੈਣਾ। ਸੋ ਮਹਾਰਾਜ ਨਹੀਂ ਚਾਹੁੰਦੇ ਸਨ, ਦਰਸ਼ਨ ਹੋਇਆ ਹੀ ਨਹੀਂ। ਪਰੰਤੂ ਯਤਨ ਉਸਨੇ ਬਹੁਤ ਕੀਤੇ। ਇੱਥੋਂ ਤੱਕ ਵੀ ਇਤਿਹਾਸ ਵਿੱਚ ਹੈ ਕਿ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ 5 ਪੁੱਤਰ ਸਰੀਰ ਤਿਆਗ ਗਏ ਸਨ, ਜੋਤੀ ਜੋਤ ਸਮਾ ਗਏ ਸਨ। ਉਸ ਸਰੀਰ ਦਾ ਵੀ ਮੁੱਖ ਤੱਕਣ ਔਰੰਗਜ਼ੇਬ ਆਇਆ, ਮਹਾਰਾਜ ਨੇ ਕਲਾ ਵਰਤਾਈ, ਵੇਖ ਹੀ ਨਹੀਂ ਸਕਿਆ, ਨੇਤਰਾਂ ਦੀ ਜੋਤ ਹੀ ਜਾਂਦੀ ਰਹੀ। ਸੋ ਇਸ ਬਿਦਨਾ ਉਹ ਸਤਿਗੁਰੂ ਜੀ ਦਾ ਦੀਦਾਰ ਪਾਉਣਾ ਚਾਹੁੰਦਾ ਸੀ ਪਰੰਤੂ ਨਹੀਂ ਹੋਇਆ। ਤਨ ਤਿਜ ਦੀਨ ਕੰਤੂ ਹਲਕੀਨਸ। ਪਰੰਤੂ ਉਸ ਨੇ ਇਦਾਂ ਬਹੁਤ ਬੁਖਾਰ ਜਿਹੜਾ ਉਸ ਵਕਤ ਖੜਾ ਕੀਤਾ ਸੀ। ਰਾਜ ਉਜ ਤੇ ਮਦ ਮਸਤਾਨੇ। ਤੇ ਉਹ ਆਪਣੇ ਰਾਜ ਤੇ ਤੇਜ ਦੇ ਅੰਦਰ ਮਸਤਿਆ ਹੋਇਆ ਬਾਦਸ਼ਾਹ ਹੈ। ਕਰੈ ਅਕਰਨ ਹੋਇ ਕੋ ਹਾਨੇ। ਕਿਤੇ ਐਸਾ ਨਾ ਹੋਵੇ ਵੀ ਕੋਈ ਵਧੀਕੀ ਕਰ ਦੇਵੇ, ਕੋਈ ਨਾ ਕੋਈ ਇਧਰ ਹਾਨੀ, ਕੋਈ ਸਾਹਿਬਜ਼ਾਦੇ ਨੂੰ ਨੁਕਸਾਨ ਹੋ ਜਾਵੇ ਜਾਂ ਕੁਝ ਐਸਾ ਨਾ ਕਿਤੇ ਕੁਝ ਵਰਤ ਜਾਏ ਜੀ। ਜਾਂ ਤੇ ਇਨਕੋ ਟਾਰਨ ਬਣੈ। ਇਸ ਵਿੱਚ ਦੋਨੋਂ ਮਾਤਾਵਾਂ ਮਾਤ ਗੁਜਰ ਕੌਰ ਜੀ, ਮਾਤਾ ਨਾਨਕੀ ਜੀ, ਕੁਝ ਉੱਗੇ ਸਿੱਖ ਜਿਹੜੇ ਸੇਵਾ ਅੰਦਰ ਹਾਜ਼ਰ ਸਨ, ਉਹਨਾਂ ਸਭ ਨੇ ਵਿਚਾਰ ਕੀਤੀ। ਭਾਈ ਕਿਰਪਾਲ ਦਾਸ ਜੀ ਨੂੰ ਕਿਹਾ ਕਿ ਇਦਾਂ ਅਸੀਂ ਹਲੇ ਦੀਦਾਰ ਨਹੀਂ ਕਰਵਾ ਸਕਦੇ, ਕਿਉਂਕਿ ਅਜੇ ਕੁਝ ਸਮੇਂ ਇਹਨਾਂ ਨੂੰ ਟਾਲ ਦਿੱਤਾ ਜਾਵੇ, ਕਹਿ ਦਿੱਤਾ ਜਾਵੇ ਵੀ ਕੁਝ ਸਮਾਂ ਲੱਗੇਗਾ, ਉਸ ਤੋਂ ਬਾਅਦ ਦਰਸ਼ਨ ਹੋਵੇਗਾ। ਮਧੁਰ ਗਿਰਾ ਕੈ ਰਸ ਕੇ ਸਨੈ। ਹਾਂ, ਕਠੋਰ ਸ਼ਬਦਾਂ ਵਿੱਚ ਨਹੀਂ ਕਹਿਣਾ, ਮਧੁਰ ਗਿਰਾ ਮਿੱਠੇ ਬੋਲਾਂ ਵਿੱਚ ਬੇਨਤੀ ਕਰਨੀ ਹੈ ਵੀ ਥੋੜਾ ਸਮਾਂ ਤੁਸੀਂ ਇਦਾਂ ਹੋਰ ਉਡੀਕ ਕਰੋ, ਕੁਝ ਦਿਨ ਲੱਗਣਗੇ, ਉਸ ਤੋਂ ਬਾਅਦ ਫਿਰ ਤੁਹਾਨੂੰ ਅਸੀਂ ਦੀਦਾਰ ਦਰਸ਼ਨ ਕਰਵਾਵਾਂਗੇ। ਏਵ ਮਤੇ ਕਰ ਉਠਿਓ ਕਿਰਪਾਲ। ਇਸ ਵੇਲੇ ਸਾਰਾ ਮਤਾ ਪਕਾ ਕੇ ਨਾ ਆਪਸੀ ਪਰਿਵਾਰਕ ਮਤਾ ਕਹਿ ਲਈਏ, ਸਾਂਝੀ ਗੱਲ ਹੋ ਗਈ ਨਾ ਜਦੋਂ ਸਾਰੇ ਬੈਠੇ ਸਨ। ਸੋ ਇਹ ਮਤਾ ਕਰਕੇ ਤੇ ਫਿਰ ਭਾਈ ਕਿਰਪਾਲ ਦਾਸ ਜੀ ਅੰਦਰੋਂ ਉੱਠ ਕੇ ਬਾਹਰ ਆਉਂਦੇ ਹਨ। ਆਇਓ ਵਹਿਰ ਮਿਲਿਓ ਤਿਸ ਨਾਲ। ਫਿਰ ਵਾਪਸ ਆ ਕਰਕੇ ਜਿਸ ਥਾਂ ਤੇ ਪੀਰ ਭੀਖਨ ਸ਼ਾਹ ਜੀ ਬੈਠੇ ਹਨ, ਫਿਰ ਦੁਬਾਰਾ ਉਹਨਾਂ ਨਾਲ ਮੁਲਾਕਾਤ ਕਰਦੇ ਹਨ। ਸੁਨੋ ਪੀਰ ਜੀ ਆਪ ਮਹਾਨੇ। ਭਾਈ ਕਿਰਪਾਲ ਦਾਸ ਜੀ ਫਿਰ ਕਹਿਣ ਲੱਗੇ, ਪੀਰ ਜੀ ਆਪ ਬੜੇ ਮਹਾਨ ਪੁਰਖ ਹੋ, ਜਿਹੜੇ ਦਰਸ਼ਨ ਪਾਉਣ ਦੇ ਲਈ ਪੰਜਾਬ ਤੋਂ ਇੱਥੋਂ ਤੱਕ ਪਹੁੰਚੇ ਹੋ, ਪਰੰਤੂ ਸਾਡੀ ਵੀ ਇੱਕ ਬੇਨਤੀ ਹੈ ਆਪ ਜੀ ਕੇ ਚਰਨਾਂ ਅੰਦਰ, ਜੇਕਰ ਆਪ ਉਸ ਨੂੰ ਪ੍ਰਵਾਨ ਕਰੋ ਤੇ ਰਹਿਤ ਕਹਿਤ ਕੇ ਸਹਿਤ ਸਿਆਣੇ। ਆਪ ਜੀ ਰਹਿਤ ਬਹਿਤ ਵਾਲੇ ਹੋ, ਸਿਆਣੇ ਪੁਰਖ ਹੋ, ਤੇ ਸਿਆਣਿਆਂ ਦੀ ਨਿਸ਼ਾਨੀ ਹੁੰਦੀ ਹੈ ਕੋਈ ਬੇਨਤੀ ਕਰੇ, ਕੋਈ ਗੱਲ ਹੋਵੇ, ਉਹਨੂੰ ਸਮਝ ਜਾਂਦੇ ਹਨ। ਇਸ ਵਿਦ ਭਾਈ ਕਿਰਪਾਲ ਦਾਸ ਜੀ ਨੇ ਆਪਣੀ ਇਹ ਬੇਨਤੀ ਰੱਖੀ ਹੈ। ਬੀਤੇ ਨਾ 3 ਮਹੀਨੇ ਚੀਨਸ। ਕਿਉਂਕਿ ਅਜੇ ਤੱਕ ਸਾਹਿਬਜ਼ਾਦੇ ਜੀ ਹੋਰਾਂ ਨੂੰ ਪ੍ਰਗਟ ਹੋਏ, ਭਾਵ ਜੋ ਅਵਤਾਰ ਧਾਰਨ ਕੀਤਾ ਹੈ, ਅਵਤਰਨ ਹੋਇਆ ਹੈ, 3 ਮਹੀਨਿਆਂ ਤੋਂ ਘੱਟ ਸਮਾਂ ਬਤੀਤ ਹੋਇਆ। ਤੇ 3 ਮਹੀਨਿਆਂ ਤੋਂ ਪਹਿਲਾਂ ਮਾਤਾ ਜੀ ਕਹਿ ਰਹੇ ਹਨ ਵੀ ਅਸੀਂ ਉਹਨਾਂ ਨੂੰ ਇਦਾਂ ਕਿਸੇ ਨੂੰ ਦੀਦਾਰ ਨਹੀਂ ਕਰਵਾ ਸਕਦੇ, ਦਰਸ਼ਨ ਨਹੀਂ ਕਰਵਾ ਸਕਦੇ। ਇਸ ਕਰਕੇ ਅਜੇ ਸਾਡੀ ਕੁਝ ਮਜਬੂਰੀ ਹੈ ਜੀ। ਅਜੋ ਨ ਵੈਰ ਨਿਕਸਨੋ ਕੀਨਸ। ਕਿਉਂਕਿ 3 ਮਹੀਨਿਆਂ ਤੋਂ ਪਹਿਲਾਂ, ਹੁਣ ਗੁਰਮਤਿ ਵਿੱਚ ਐਸਾ ਕੋਈ ਵਿਧਾਨ ਨਹੀਂ ਹੈ ਗੁਰਮੁਖੋ, ਗੁਰਮਤਿ ਇਸ ਗੱਲ ਨੂੰ ਇਜਾਜ਼ਤ ਨਹੀਂ ਦਿੰਦੀ, ਪਰੰਤੂ ਜਿਹੜਾ ਕਾਰਨ ਪਿੱਛੇ ਸਾਂਝਾ ਕੀਤਾ, ਜੋ ਬਹਿ ਕੇ ਮਤਾਤ ਪਕਾਇਆ, ਉਸ ਗੱਲ ਕਰਕੇ ਇਸ ਫਕੀਰ ਨੂੰ ਕੇਵਲ ਟਾਲਣ ਦੇ ਲਈ ਇਹ ਗੱਲ ਕਰ ਰਹੇ ਨੇ ਮਾਮਾ ਕਿਰਪਾਲ ਚੰਦ ਜੀ
ਕਿ ਅਜੇ 3 ਮਹੀਨੇ ਬੀਤੇ ਨਹੀਂ ਤੇ 3 ਮਹੀਨਿਆਂ ਤੋਂ ਪਹਿਲਾਂ ਇਸ ਦਰ ਤੋਂ, ਇਸ ਦਵਾਰ ਤੋਂ ਬੱਚੇ ਨੂੰ ਏਦਾਂ ਬਾਹਰ ਕੱਢ ਕੇ ਤੇ ਸਭ ਨੂੰ ਦਰਸ਼ਨ ਕਰਵਾਉਣਾ ਇਹ ਠੀਕ ਨਹੀਂ ਹੈ। ਭਾਵ ਸਾਡੇ ਮਤ ਅਨੁਸਾਰ ਦੀ ਇਜਾਜ਼ਤ ਨਹੀਂ ਹੈ। ਬਾਲਕ ਰੂਪ ਮਿਰਦਲ ਸਭ ਅੰਗ, ਕਿਉਂਕਿ ਅਜੇ ਆਰਬਲਾ ਵਿੱਚ ਬਹੁਤ ਛੋਟੇ ਹਨ, ਕੁਝ ਦਿਨਾਂ ਦੀ ਅਜੇ ਉਹ ਕਹਿ ਲਈਏ ਜੀਵਨ ਹੈ, ਅਜੇ ਥੋੜੇ ਦਿਨ ਪਹਿਲਾਂ ਹੀ ਤੇ ਅਵਤਾਰ ਧਾਰਨ ਕੀਤਾ ਹੈ। ਸੋ ਮ੍ਰਿਦਲ ਸਭ ਅੰਗ ਕੋਮਲ ਅੰਗ ਹਨ। ਵਾਯੂ ਬੇਗ ਬਹਿ ਹਿਮ ਸੰਗ, ਤੇ ਹੁਣ ਵੇਖੋ ਕਿਤਨੀ ਸਰਦੀ ਹੈ, ਕਿਉਂਕਿ ਪੋਸ ਦੀ 7ਵੀਂ ਦਾ ਪ੍ਰਕਾਸ਼ ਹੈ ਮਹਾਰਾਜ ਜੀ ਦਾ, ਤੇ ਉਸ ਵਕਤ ਅਤ ਸਰਦ ਰੁੱਤ ਹੁੰਦੀ ਹੈ, ਹਿਮਕਰ ਰੁੱਤ। ਸੋ ਇਸ ਵੇਲੇ ਹੁਣ ਬਹੁਤ ਸੀਤਲ ਇਹ ਹਵਾ ਚੱਲ ਰਹੀ ਹੈ ਜੀ। ਵਹਿਰ ਨ ਆਵੇ ਕਾਰਨ ਇਤੇ, ਇਸੇ ਕਰਕੇ ਹੀ ਮਾਤ ਜੀ ਕਹਿ ਰਹੇ ਹਨ ਵੀ ਅਸੀਂ ਏਦਾਂ ਬਾਹਰ ਲਿਜਾ ਕਰਕੇ ਇਸ ਸਮੇਂ ਤੋਂ ਪਹਿਲਾਂ ਕਿਸੇ ਨੂੰ ਵੀ ਇਹ ਦਰਸ਼ਨ ਨਹੀਂ ਕਰਵਾ ਸਕਦੇ ਹਾਂ। ਅਲਪ ਆਰਬਲਾ ਅੰਤਰ ਸੇਤੇ, ਕਿਉਂਕਿ ਅਜੇ ਬਹੁਤ ਛੋਟੀ ਆਰਬਲਾ ਹੈ, ਕੁਝ ਦਿਨਾਂ ਦੇ ਹੀ ਅਜੇ ਪ੍ਰਗਟ ਹੋਏ ਹਨ। ਸੋ ਇੰਨੇ ਛੋਟੀ ਆਰਬਲਾ ਦੇ ਵਿੱਚ ਏਦਾਂ ਬਾਹਰ ਲਿਆ ਕਰਕੇ ਤੇ ਦਰਸ਼ਨ ਕਰਵਾਉਣਾ ਇਹ ਸਾਡੇ ਲਈ ਸੰਭਵ ਨਹੀਂ ਹੈ। ਮਿਹਰਬਾਨਗੀ ਕਰਕੇ ਫੇਰ, ਤੇ ਭਾਈ ਕਿਰਪਾਲ ਦਾਸ ਜੀ ਕਹਿਣ ਲੱਗੇ ਫਕੀਰ ਸਾਈਂ ਤੁਹਾਡੇ ਚਰਨਾਂ ਵਿੱਚ ਪੀਰ ਜੀ ਬੇਨਤੀ ਹੈ ਕਿ ਤੁਸੀਂ ਮਿਹਰਬਾਨੀ ਕਰਕੇ ਫਿਰ ਕਿਸੇ ਦਿਨ ਇੰਨਾ ਕੁ ਸਮਾਂ ਬਤੀਤ ਹੋਣ ਤੋਂ ਬਾਅਦ ਇੱਥੇ ਆ ਜਾਇਓ, ਸਤਿਗੁਰੂ ਜੀ ਕੇ ਘਰ ਅੰਦਰ ਆ ਜਾਇਓ। ਸਮਾਂ ਬੀਤਣ ਤੋਂ ਬਾਅਦ ਫਿਰ ਜਦੋਂ ਅਸੀਂ ਬਾਲਕ ਨੂੰ ਇੱਦਾਂ ਬਾਹਰ ਦਰਸ਼ਨ ਕਰਵਾਵਾਂਗੇ, ਸਭ ਨੂੰ ਦਰਸ਼ਨ ਕਰਵਾਵਾਂਗੇ, ਫਿਰ ਨਾਲ ਤੁਹਾਨੂੰ ਵੀ ਦੀਦਾਰ ਕਰਵਾ ਦੇਵਾਂਗੇ ਜੀ। ਆਵੋ ਗਏ ਹੋਏ ਲਾਭ ਵਡੇਰ, ਫਿਰ ਜਿਸ ਵਕਤ ਆਓਗੇ ਤੁਹਾਡੀ ਇਹ ਜਿਹੜੀ ਯਾਤਰਾ ਹੈ ਇਹ ਸਫਲ ਹੋ ਜਾਏਗੀ, ਦਰਸ਼ਨ ਕਰੋਗੇ ਤੁਹਾਡੀ ਲਾਲਸਾ ਇੱਛਾ ਪੂਰੀ ਹੋਵੇਗੀ। ਸ੍ਰੀ ਗੁਰੂ ਸਾਹਿਬ ਤਵ ਲਗ ਆਵੇ, ਨਾਲ ਹੀ ਇਹ ਵੀ ਬੇਨਤੀ ਹੈ ਵੀ ਜਿਸ ਵਕਤ ਆਪ ਦੁਬਾਰਾ ਆਓਗੇ 3 ਕੁ ਮਹੀਨਿਆਂ ਦੇ ਵਕਫੇ ਤੋਂ ਬਾਅਦ, ਤੇ ਲਾਲ ਗੋਬਿੰਦ ਰਾਏ ਜੀ ਦੇ ਪਿਤਾ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੋ ਕਿ ਇਸ ਵਕਤ ਇੱਥੇ ਨਹੀਂ ਹਨ, ਉਹ ਵੀ ਇਤਨੇ ਸਮੇਂ ਦੇ ਅੰਦਰ ਵਾਪਸ ਆਪਣੇ ਗ੍ਰਹਿ ਵਿੱਚ ਆ ਜਾਣਗੇ ਜੀ। ਤਿਨ ਕੋ ਦਰਸ਼ਨੋ ਅਬ ਮਿਤ ਪਾਵੇ, ਤੇ ਤੁਹਾਡਾ ਸੁਭਾਗ ਬਣ ਜਾਏਗਾ, ਇੱਕ ਤੇ ਲਾਲ ਜੀ ਦੇ ਦਰਸ਼ਨ ਹੋ ਜਾਣਗੇ, ਇੱਕ ਸਤਿਗੁਰੂ ਜੀ ਕੇ ਦੀਦਾਰ ਹੋ ਜਾਣਗੇ। ਇਸ ਲਈ ਤੁਸੀਂ ਕੁਝ ਸਮਾਂ ਰੁਕ ਕੇ ਫਿਰ ਆਉਣਾ ਜੀ। ਸਾਹੋ ਪੀਕ ਸੁਣ ਕੇ ਪੁਨ ਬੋਲਾ, ਤੇ ਜਿਸ ਵਕਤ ਭੀਖਨ ਸ਼ਾਹ ਜੀ ਨੇ ਇਹ ਬਾਤ ਸੁਣੀ ਹੈ ਭਾਈ ਕਿਰਪਾਲ ਦਾਸ ਜੀ ਦੇ ਮੁਖ ਤੋਂ, ਉਹ ਫਿਰ ਬੇਨਤੀ ਕਰਦਾ ਹੈ। ਮਹਾਪੁਰਸ਼ ਅਵਤਰਿਓ ਡੋਲਾ, ਉਹ ਕਹਿਣ ਲੱਗਾ ਜੀ ਇਹ ਵੱਡੇ ਮਹਾਂਪੁਰਖ ਪ੍ਰਗਟੇ ਹਨ, ਵੱਡੇ ਅਵਤਰਿਓ ਅਡੋਲਾ ਪ੍ਰਗਟ ਹੋਏ ਹਨ, ਜਿਹੜੇ ਅਡੋਲ ਹਨ। ਦੇ ਦੁਸ਼ਮਨ ਕੋ ਦੋਜਕ ਦੁਖ ਕੋ, ਦੇ ਦੁਸ਼ਮਨ ਭਾਵ ਜਿਹੜੇ ਇਹਨਾਂ ਦੇ ਕੋਈ ਵੈਰੀ ਹਨ, ਕਿਉਂਕਿ ਫਕੀਰ ਹੈ ਉਹਦੇ ਕੋਲ ਤੇ ਐਸੀ ਕਲਾ ਹੈ ਉਹ ਸਮਝਦਾ ਅੰਦਰ ਦੀ ਗੱਲ। ਸੋ ਜਿਹੜੇ ਪ੍ਰਗਟੇ ਹਨ ਇਹਨਾਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਇਹ ਤੇ ਇਤਨੀ ਅਜ਼ਮਤ ਦੇ ਮਾਲਕ ਹਨ ਵੀ ਆਪਣੀ ਇੱਕ ਨਜ਼ਰ ਦੇ ਨਾਲ ਦੁਸ਼ਮਣ ਨੂੰ ਦਲ ਮਲ ਸਕਦੇ ਹਨ, ਦੋਜਕ ਦੇ ਦੁੱਖ ਵਿੱਚ ਸੱਟ ਸਕਦੇ ਨੇ, ਇੰਨੀ ਬਖਸ਼ਿਸ਼ ਦੇ ਮਾਲਕ ਹਨ। ਪ੍ਰੈ ਸੇਵਕ ਲੈ ਕੇਵਲ ਸੁਖ ਕੋ, ਤੇ ਪਿਆਰੇ ਦੇ ਸੁਖ ਦੇ ਲਈ ਇਹ ਦਰਸ਼ਨ ਬਖਸ਼ਦੇ ਹਨ। ਬਸ ਇਸੇ ਸੁਖ ਦੇ ਅਨੁਭਵ ਦੇ ਅੰਦਰ ਤੇ ਮੈਂ ਵੀ ਪੰਜਾਬ ਤੋਂ ਚੱਲ ਕੇ ਇੱਥੇ ਤੱਕ ਪਹੁੰਚਿਆ ਹਾਂ। ਸੋ ਇਸ ਵਿਦ ਆਪ ਜੀ ਕੇ ਚਰਨਾਂ ਅੰਦਰ ਬੇਨਤੀ ਹੈ, ਤੁਮ ਚਿੰਤਾ ਚਿਤ ਮੈਂ ਕਿਮ ਕਹੋ। ਆਪ ਜੀ ਦੇ ਚਰਨਾਂ ਅੰਦਰ ਵੀ ਇਹ ਬੇਨਤੀ ਹੈ ਵੀ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਾ ਕਰੋ। ਅਸੀਂ ਐਸਾ ਕੁਝ ਨਹੀਂ ਕਰਾਂਗੇ, ਅਸੀਂ ਕੇਵਲ ਦਰਸ਼ਨ ਕਰਨਾ ਹੈ ਜੋ ਫਕੀਰ ਦਾ ਅੰਦਰ ਵਾਰ-ਵਾਰ ਲਾਲਸਾ ਕਰ ਰਿਹਾ ਹੈ। ਅਸੀਂ ਕੇਵਲ ਤੇ ਕੇਵਲ ਇਹਨਾਂ ਦਾ ਦਰਸ਼ਨ ਕਰਨਾ। ਦਰਸ਼ਨ ਕਰਨ ਤੋਂ ਉਪਰੰਤ ਅਸੀਂ ਵਾਪਸ ਆਪਣੇ ਦੇਸ਼ ਆਪਣੇ ਸਥਾਨ ਤੇ ਮੁੜ ਜਾਵਾਂਗੇ। ਚਿੰਤ ਨਿੰਸਾ ਕੋ ਸੂਰਜ ਪਇਓ, ਇਹ ਜਿਹੜੇ ਬਖਸ਼ਿਸ਼ ਹੋਈ ਹੈ ਚਿਤ ਨਿਸ਼ਾ ਕੋ ਸੂਰਜ ਪਇਓ, ਭਾਵੇਂ ਐਸੇ ਸੂਰਜ ਪ੍ਰਗਟੇ ਹਨ ਜਿਹੜੇ ਸੰਸਾਰ ਦਾ ਹਨੇਰਾ ਕੱਟਣਗੇ। ਇਹਨਾਂ ਨੂੰ ਕਾਹਦਾ ਪੈ ਹੈ ਕਿਸੇ ਗੱਲ ਦਾ, ਇਹ ਤੇ ਨਿਰਭਉ ਪੁਰਖ ਹਨ। ਤੁਸੀਂ ਚਿੰਤਾ ਨਾ ਕਰੋ, ਬਸ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ। ਇਸ ਵਿਦਨਾ ਗੁਰਮੁਖੋ ਜਿਹੜਾ ਪੀਰ ਭੀਖਮ ਸ਼ਾਹ ਪਟਨੇ ਦੀ ਧਰਤੀ ਤੇ ਪਹੁੰਚਿਆ ਹੈ, ਬੜੀ ਲਾਲਸਾ ਲੈ ਕਰਕੇ ਬੇਨਤੀਆਂ ਕਰ ਰਿਹਾ ਹੈ, ਪਰੰਤੂ ਜਿਹੜਾ ਖਿਆਲ ਮਾਤ ਜੀ ਕੇ ਹਿਰਦੇ ਅੰਦਰ ਜਾਂ ਹੋਰ ਗੁਰਸਿੱਖਾਂ ਸੇਵਕ ਟਹਿਲੂਆਂ ਦੇ ਹਿਰਦੇ ਵਿੱਚ ਹੈ, ਉਹਦੇ 'ਚ ਵੀ ਕੋਈ ਦੁਰਾਵਾ ਨਹੀਂ, ਕਿਉਂਕਿ ਬਾਦਸ਼ਾਹ ਔਰੰਗਜ਼ੇਬ ਬੜਾ ਬਾਦੀ ਬਾਦਸ਼ਾਹ ਸੀ, ਸਿਲਤੀ ਬੰਦਾ ਸੀ, ਇਹ ਵੀ ਕੁਝ ਵੀ ਕਰ ਸਕਦਾ ਸੀ। ਸੋ ਇਸ ਕਰਕੇ ਮਾਤ ਜੀ ਵੀ ਚਿੰਤਤ ਹਨ। ਬੇਨਤੀ ਤੇ ਕੀਤੀ ਗਈ ਲੇਕਿਨ ਫਕੀਰ ਮੰਨਣ ਲਈ ਤਿਆਰ ਨਹੀਂ ਹੈ। ਜਦੋਂ ਭਾਈ ਕਿਰਪਾਲ ਚੰਦ ਜੀਆਂ ਨੇ ਮਨਾ ਕਰ ਦਿੱਤਾ, ਇਤਿਹਾਸ ਕਹਿੰਦਾ ਵੀ ਉਹ ਉੱਥੇ ਹੀ ਡੇਰਾ ਲਾ ਕੇ ਬਹਿ ਗਿਆ, ਦੀਦਾਰ ਹੋਵੇਗਾ ਤੇ ਮੈਂ ਵਾਪਸ ਮੁੜਾਂਗਾ।
ਸੋ ਉਹ ਤੋਂ ਦਰਸ਼ਨ ਕਰਕੇ ਹੀ ਆਉਂਦਾ ਹੈ। ਜਿਵੇਂ ਉਸਨੇ ਦਰਸ਼ਨ ਕੀਤੇ ਨੇ ਉਹ ਰਹਿੰਦਾ ਇਤਿਹਾਸ ਜਿਹੜਾ ਹੈ ਉਹ ਅਗਲੇ ਦੀਵਾਨਾਂ ਵਿੱਚ ਵਿਸਤਾਰ ਸਹਿਤ ਆਪ ਸੰਗਤਾਂ ਦੇ ਨਾਲ ਸਾਂਝਿਆ ਕਰਨ ਦਾ ਯਤਨ ਕਰਾਂਗੇ ਜੀ। ਅੱਜ ਸਮਾਂ ਹੋ ਚੁੱਕਾ ਹੈ, ਆਓ ਅਖੀਰ ਵਾਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਨੇ ਜਾਣ ਸਮਝ ਕਰਕੇ ਬਖਸ਼ ਲੈਣਾ ਜੀ। ਸਤਿਗੁਰ ਰਹਿਮਤ ਕਰਨ, ਗੁਰਬਾਣੀ ਦੇ ਕੀਰਤਨ ਸਰਵਣ ਕਰੀਏ। ਆਓ ਪੰਕਤੀਆਂ ਸਰਵਣ ਕਰੀਏ ਜੀ। ਸਾਹੋ ਪੀਕ ਸੁਨ ਕੈ ਪੁਨ ਬੋਲਾ ਮਹਾਪੁਰਖ ਅਵਤਰਿਓ ਡੋਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।